ਕੁਰਬਾਨੀਆਂ ਮਾਣਦੀ ਏ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੁੰਦਾ ਭਵਿੱਖ ਰੋਸ਼ਨ ਹੁੰਦਾ ਬਲੀਦਾਨ ਜਦੋਂ ਬਲੀਦਾਨੀਆਂ ਦਾ ਕੌਮਾਂ ਵਾਸਤੇ ਸੀਸ ਨੂੰ ਤਲੀ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਜ਼ਾਲਿਮ ਜ਼ੁਲਮ ਕਮਾਉਣਗੇ ਜਦੋਂ ਤੀਕਰ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਪੂਰਨ ਤੂੰ ਪ੍ਰਮਾਤਮਾ ਸਰਬ ਤੇਰਾ ਹੈ ਖੇਲਾ रोम रोम में रच रहे हो जैसे तेल रमेला पूरा प्रभ आराध्या पूरा जाका नाओ नानक पूरा पाया पूरे के गुण गाओ पढ़वे की इतिहास जरा लूल बड़े वर के खा जरा कर दिल अंदर ऐसा जरा किंज मोड़े वैन तफाना दे हस धर्म तो जो कुर्बान होए तन जिगरे मर्द जवाना दे जद इश्क दे परचे पैंदे रे संग हस के दुखड़े सहिंदे रे पाने नू मिठा कहंदे रे तन जज्बा इश्क मरीदां दा तवियां ते आसन ला के ते गुरु बन गए मुड गुरु बन गए मुड शहीदां दा पढ़वे की इतिहास जरा लूल बड़े वर्गे खा जरा कर दिल अंदर ऐसा जरा किंज मोड़े वैन तफाना दे हस धर्म तो जो कुर्बान होए तन जिगरे मर्द जवाना दे जद इश्क दे परचे पैंदे रे संघास के दुखड़े सहिंदे रे भाणे नू मिठा कहंदे रे तन जज्बा इश्क मरीदां दा तवियां ते आसन ला के ते गुरु बन गए मुड गुरु बन गए मुड शहीदां दा धर्म बचावन लई रोंदियां नू गल नाल लावण लई ते जीवन जांच सिखावण लई खुद सीस धर्म तो वार दिता हिंद देश दे डुबदे बेड़े नू कर भव सागर चों पार दिता जद लखा फौजां चढ़ियां सी एक तान मुश्किलां खड़ियां सी तीरां दियां लगियां झड़ियां सी सिंह मार रहे ललकारे सी तन कलगी धर दशमेश पिता हसलाल धर्म तो वारे सी उठी ते कदीर जदों फिर तड़फी उठी ते कदीर जदों कर दित्ती जुल्म अखीर जदों नहीं थिड़के दोवें वीर जदों लख दिते कष्ट जंडालां ने हस पीता जाम शहादत दा सतगुर दे निकिया सतगुर दे छोटियां लाला ने की बोल रहा रू कंबदी सीना डोल रहा पापा दा सागर खो रहा पर कंडिया ती कर आया ए जब दिल पुत्तर दा कट के ते बापू दे मुंह विच बंदे दे मुंह विच पाया ए जाबर दा चढ़िया सी आ
ਤੇਰੇ ਵਿੱਚ ਵੜਿਆ ਸੀ, ਸਿੰਘ ਬਿਨਾਂ ਸੀਸ ਤੋਂ ਲੜਿਆ ਸੀ, ਜੋ ਆਖੇ ਬੋਲ ਪਗਾਵਣ ਲਈ। ਹੱਸ ਸੀਸ ਤਲੀ ਤੇ ਧਰ ਕੇ ਤੇ ਸਤਿਗੁਰ ਦੀ ਭੇਟ, ਸਤਿਗੁਰ ਦੀ ਭੇਟ ਚੜਾਵਣ ਲਈ। ਇਸ਼ਕ ਦੀ ਹੱਦ ਵਿਖਾਉਂਦੇ ਰੇ, ਕਹਿ ਕਹਿ ਕੇ ਬੰਦ ਕਟਵਾਉਂਦੇ ਰੇ, ਚੜ ਚੜ ਖੜੀ ਨਗਮੇ ਗਾਉਂਦੇ ਰੇ, ਨਹੀਂ ਰੱਖਿਆ ਡਰ ਸਰਕਾਰਾਂ ਦਾ, ਨਾ ਰੁਕਿਆ ਏ ਨਾ ਝੁਕਿਆ ਏ ਦਲ ਅਣਖੀ ਸ਼ਾਹ, ਦਲ ਅਣਖੀ ਸ਼ਾਹ ਸਵਾਰਾਂ ਦਾ। ਦੀ ਪੱਠੀ ਝੋਕੇ ਤੇ ਫੜ ਲਾਲ ਮਵਾਂ ਤੋਂ ਖੋ ਕੇ ਤੇ, ਨੇਜਾਂ ਦੇ ਵਿੱਚ ਬਰੋਗੇ ਤੇ ਕਰ ਦਿੱਤੇ ਕਤਲ ਕਸਾਈਆਂ ਨੇ। ਹੱਸ ਧਰਮ ਦੇ ਬਦਲੇ ਪੁੱਤਰਾਂ ਦੇ ਗਲਹਾਰ ਪਵਾ ਲਏ, ਗਲਹਾਰ ਪਵਾ ਲਏ ਬਾਈਆਂ ਨੇ। ਹਰ ਕਸ਼ਟ ਸਿਰਾਂ ਤੇ ਜਰ ਜਰ ਕੇ, ਜਜ਼ਬਿਆਂ ਦੇ ਸਾਗਰ ਤਰ ਤਰ ਕੇ, ਇਹ ਮਸਾਂ ਬਚਾਈ ਮਰ ਮਰ ਕੇ, ਜਦ ਜੋਰ ਪਿਆ ਜਰਵਾਣੇ ਦਾ। ਕਿੰਜ ਦਾਨ ਸਿਦਕ ਤੋਂ ਵਾਰੀ ਦੀ, ਉਹ ਦੱਸਦਾ ਜੰਡ, ਉਹ ਦੱਸਦਾ ਜੰਡ ਨਨਕਾਣੇ ਦਾ। ਕਾਬਲੀਅਤ ਕੰਧਾਰ ਹੋਵੇ, ਚਾਹੇ ਕਾਬਲੀਅਤ ਕੰਧਾਰ ਹੋਵੇ, ਭਾਵੇਂ ਗੋਰਿਆਂ ਦੀ ਸਰਕਾਰ ਹੋਵੇ, ਜਾਂ ਦਿੱਲੀ ਦਾ ਦਰਬਾਰ ਹੋਵੇ, ਸਭ ਸ਼ਾਨ ਤੇਰੀ ਤੋਂ ਸੜਦੇ ਰਹੇ। ਤੇਰੀ ਅਜਬਤ ਨੂੰ ਹੱਥ ਪਾਉਣ ਲਈ ਨਿਤ ਨਵੀਂ ਥਿਊਰੀ, ਨਿਤ ਨਵੀਂ ਪਾਲਸੀ ਕੱਢਦੇ ਰਹੇ। ਤੇਰੇ ਜਨਮ ਖੰਡੇ ਦੀ ਧਾਰ ਵਿੱਚੋਂ ਤੂੰ ਵੱਖਰਾ ਹੈ ਸੰਸਾਰ ਵਿੱਚੋਂ, ਭਾਗੋ ਵਾਲੀ ਲਹੂ ਦੀ ਧਾਰ ਵਿੱਚੋਂ ਤੱਕ ਹਰਕਤ ਨਵੇਂ ਹਾਲਾਤਾਂ ਦੀ। ਜੋ ਰਾਗ ਅਣਖ ਦਾ ਸ਼ੇਰ ਦਵੇ, ਕੋਈ ਲਿਖ ਕਵਿਤਾ, ਕੋਈ ਲਿਖ ਕਵਿਤਾ ਜਜ਼ਬਾਤਾਂ ਦੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਆਪਣੀਆਂ ਸੁਰਤਾਂ ਸ਼ਬਦ ਗੁਰੂ ਦੇ ਸਮਰਪਿਤ ਕਰਕੇ ਬੜੇ ਸਤਿਕਾਰ ਨਾਲ, ਬੜੇ ਅਦਬ ਨਾਲ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਸਰਵਣ ਕਰ ਰਹੇ ਸਤਿਕਾਰਯੋਗ ਖਾਲਸਾ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਜਿਤਨੇ ਵੀ ਮਾਈ ਭਾਈ ਬੈਠੇ ਹੋ, ਕਿਰਪਾ ਕਰੋ ਆਪਣਾ ਸੀਸ ਸਤਿਗੁਰਾਂ ਨੂੰ ਝੁਕਾਓ। ਆਪਣੀ ਅੰਤਰ-ਆਤਮਾ ਤੋਂ ਸਤਿਗੁਰਾਂ ਦੀ ਖੁਸ਼ੀ ਮਾਣਦਿਆਂ ਹੋਇਆਂ ਰਸਨਾ ਦੁਆਰਾ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਸਿੱਖ ਦੀ ਜ਼ਿੰਦਗੀ ਦਾ ਸਭ ਤੋਂ ਭਾਗਾਸ਼ਾਲੀ, ਸਭ ਤੋਂ ਮਹੱਤਵਪੂਰਨ ਸਮਾਂ ਉਹ ਹੁੰਦਾ ਹੈ ਜਦ ਉਹ ਆਪਣੀਆਂ ਅੱਖਾਂ ਦੇ ਨਾਲ ਆਪਣੇ ਸਤਿਗੁਰਾਂ ਦੇ ਦੀਦਾਰ ਕਰ ਰਿਹਾ ਹੁੰਦਾ ਹੈ ਔਰ ਆਪਣੇ ਸਰਵਣ, ਆਪਣੇ ਸਰੋਤਾ ਰਾਹੀਂ ਗੁਰੂ ਕੇ ਉਪਦੇਸ਼ ਨੂੰ ਸਤ ਸੰਗਤ ਵਿੱਚ ਬੈਠ ਕੇ ਸਰਵਣ ਕਰ ਰਿਹਾ ਹੁੰਦਾ ਹੈ। ਦੁਨੀਆ ਦੇ ਉੱਤੇ ਹਰ ਚੀਜ਼ ਦੀ ਆਪਣੀ ਮਹਾਨਤਾ ਹੈ, ਪਰ ਗੁਰੂ ਦੇ ਸਿੱਖ ਵਾਸਤੇ ਸਭ ਤੋਂ ਵੱਡੀ ਜਿਹੜੀ ਮਹਾਨਤਾ ਹੈ ਉਹ ਹੈ ਸਤਸੰਗੀਆਂ ਦੇ ਰੂਪ ਵਿੱਚ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਆਪਣੇ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਸਰਵਣ ਕਰਨਾ। ਗੁਰਬਾਣੀ ਪਰਮੇਸ਼ਰ ਦੇ ਘਰੋਂ ਲਿਆਂਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ, ਸਾਡਾ ਮਾਰਗ ਦਰਸ਼ਨ ਕਰਦੀ ਹੈ ਔਰ ਸਾਡੀ ਰੂਹ ਦੇ ਨਾਲ ਉਹ ਸੰਬੰਧ ਰੱਖਦੀ ਹੈ। ਤੇ ਇਸ ਗੁਰਬਾਣੀ ਦੇ ਆਸਰੇ ਤੋਂ ਬਿਨਾਂ ਅਸੀਂ ਦੁਨੀਆ ਦੇ ਕਿਸੇ ਵੀ ਖੇਤਰ ਵਿੱਚ ਤਰੱਕੀ ਨਹੀਂ ਕਰ ਸਕਦੇ, ਭਾਵੇਂ ਉਹ ਧਾਰਮਿਕ ਹੋਵੇ ਜਾਂ ਕੋਈ ਹੋਰ ਹੋਵੇ। ਸੋ ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਗੁਰਬਾਣੀ ਪੜ੍ਹਨ ਵਾਲਿਆਂ ਨੇ ਇਤਿਹਾਸ ਰਚਿਆ ਔਰ ਗੁਰਬਾਣੀ ਪੜ੍ਹਨ ਵਾਲਿਆਂ ਨੇ ਸੰਸਾਰ ਨੂੰ ਰਹਿਨਮਾਈ ਦਿੱਤੀ ਹੈ। ਸਾਡੇ ਤੋਂ ਪਹਿਲਾਂ ਸਿੱਖ ਜਗਤ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਜਲੰਧਰ ਵਾਲੇ ਸਟੇਜ ਤੋਂ ਸਾਨੂੰ ਪੇਸ਼ ਕਰਦਿਆਂ ਕਹਿ ਰਹੇ ਸਨ ਕਿ ਇਹ ਪ੍ਰੋਗਰਾਮ ਚੱਲ ਰਹੇ 1984 ਦੇ ਸਾਕੇ ਨੂੰ ਸਮਰਪਿਤ। ਕਾਫੀ ਦਿਨਾਂ ਤੋਂ ਅਸੀਂ ਕਹਿ ਰਹੇ ਹਾਂ, ਪਰ ਇਹ ਸਾਰਾ ਸਾਕਾ ਅਜੇ ਵੀ ਮੁਕੰਮਲ ਨਹੀਂ ਹੈ। ਜੇ ਇਹਦੀਆਂ ਜੜ੍ਹਾਂ ਤੱਕ ਜਾ ਕੇ ਇਹਨੂੰ ਪੇਸ਼ ਕਰਨਾ ਹੋਵੇ, ਇਹਦਾ ਮਹੀਨਾ ਵੀ ਲਾਈਵ ਚੱਲਦਾ ਰਹੇ, ਮੇਰਾ ਖਿਆਲ ਹੈ ਤਾਂ ਵੀ ਅਸੀਂ ਇਹਨੂੰ ਮੁਕੰਮਲ ਨਹੀਂ ਕਰ ਸਕਦੇ, ਕਿਉਂਕਿ ਕਿਸੇ ਵੀ ਚੀਜ਼ ਦੀ ਗਹਿਰਾਈ ਤੱਕ ਜਾਣਾ, ਫਿਰ ਉਹਨਾਂ ਦੇ ਕਾਰਨਾਂ ਨੂੰ ਲੱਭਣਾ, ਫਿਰ ਉਸ ਤੋਂ ਬਾਅਦ ਨਿਕਲਣ ਵਾਲੇ ਸਿੱਟਿਆਂ ਤੇ ਪਹੁੰਚਣਾ,
ਇਹ ਬੜੀਆਂ ਡੂੰਘੀਆਂ ਗੱਲਾਂ ਹੁੰਦੀਆਂ ਨੇ। ਇਹ ਕੋਈ ਪਹਿਲੀਆਂ ਸ਼ਹਾਦਤਾਂ ਨਹੀਂ ਹੈ। ਦਰਬਾਰ ਸਾਹਿਬ ਦੇ ਵਾਸਤੇ ਬਹੁਤ ਸ਼ਹਾਦਤਾਂ ਹੋਈਆਂ। ਸ਼ਹਾਦਤ ਦਾ ਸਿੱਖ ਨਾਲ ਰਿਸ਼ਤਾ ਕੀ ਹੈ? ਇਹ ਇੱਕ ਬੜਾ ਜ਼ਰੂਰੀ ਸੰਕਲਪ ਹੈ। ਤੁਸੀਂ ਹੈਰਾਨ ਹੋਵੋਗੇ ਜਦ ਭਾਈ ਤਾਰਾ ਸਿੰਘ ਵਾਂ ਨੂੰ ਘੇਰਾ ਪੈਂਦਾ 26 ਵਿੱਚ 1726 ਵਿੱਚ, ਤਾਂ ਦੋ ਗੁਰੂ ਕੇ ਸਿੱਖ ਪਿਓ ਪੁੱਤ ਗੱਡਾ ਲੈ ਕੇ ਖੇਤਾਂ 'ਚ ਪੱਠੇ ਵੱਢ ਰਹੇ ਸੀ। ਉਹਨਾਂ ਜਦ ਸੁਣਿਆ ਕਿ ਇੱਥੇ ਲੜਾਈ ਹੋਣ ਲੱਗੀ ਹੈ, ਸ਼ਹਾਦਤਾਂ ਹੋਣੀਆਂ ਨੇ, ਤੇ ਜਿਹੜਾ ਬਾਪ ਸੀ ਉਹ ਮੁੰਡੇ ਨੂੰ ਕਹਿੰਦਾ ਵੀ ਗੱਡਾ ਪਿੰਡ ਨੂੰ ਲੈ ਜਾ, ਤਾਂ ਮੈਂ ਹੁਣ ਕਾਫੀ ਉਮਰ ਭੋਗ ਲਈ ਹੈ, ਹੁਣ ਰਣ ਤੱਤੇ ਵਿੱਚ ਜੂਝ ਕੇ ਤੇ ਸ਼ਹਾਦਤ ਮਿਲਦੀ ਕਰਮਾਂ ਨਾਲ ਕਿਤੇ ਇਹ ਮੈਂ ਪ੍ਰਾਪਤ ਕਰਾਂ। ਤੇ ਮੁੰਡਾ ਕਹਿੰਦਾ ਬਾਪੂ ਤੂੰ ਬਾਕੀ ਦਾ ਪਰਿਵਾਰ ਸਾਂਭ, ਜੋ ਕੰਮ ਜਵਾਨੀ ਨੇ ਕਰਨਾ ਉਹ ਵਡੇਪੇ 'ਚ ਨਹੀਂ ਹੋ ਸਕਦਾ, ਮੈਨੂੰ ਰਣ ਤੱਤੇ ਵਿੱਚ ਜਾਣ ਦੇ। ਤੇ ਅਖੀਰ ਤੇ ਦੋਵਾਂ ਵਿੱਚ ਬਹਿਸ ਹੁੰਦੀ ਤੇ ਦੋਵੇਂ ਹੀ ਉੱਥੇ ਚਲੇ ਜਾਂਦੇ ਔਰ ਲੜ ਕੇ ਸ਼ਹੀਦ ਹੁੰਦੇ ਆ। ਔਰ ਇੱਥੋਂ ਪਤਾ ਲੱਗਦਾ ਵੀ ਇਸ ਸ਼ਹਾਦਤ ਨੂੰ ਸਿੱਖ ਕਿਸ ਢੰਗ ਨਾਲ ਆਪਣੀ ਜ਼ਿੰਦਗੀ ਨਾਲ ਜੋੜ ਕੇ ਵੇਂਦਾ ਹੈ। ਔਰ ਆਏ ਉਹ ਖੇਤਾਂ ਵਿੱਚ ਕੰਮ ਕਰਨ, ਗੋਲੀ ਚੱਲਦੀ ਹੈ, ਉਹਨਾਂ ਨੂੰ ਪਤਾ ਲੱਗਦਾ ਸਿੱਖ ਵਿਪਤਾ ਵਿੱਚ ਹੈ, ਉਹ ਸਿੱਖ ਜਿਹੜੇ ਅੰਦਰ ਘਿਰੇ ਉਹਨਾਂ ਦੇ ਨਾਲ ਹਿੱਸਾ ਬਣ ਜਾਂਦੇ ਨੇ। ਔਰ ਜਦ ਅਕਾਲ ਤਖਤ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਆਉਂਦੀ ਉਦੋਂ 30-32 ਸਿੰਘ ਹੀ ਸੀ ਗੁਰਬਖਸ਼ ਸਿੰਘ ਕੋਲ। ਕਦੇ ਅਕਾਲ ਤਖਤ ਆਪਾਂ ਕਾਲੀ ਕਾਲੀ ਲੰਘ ਆਉਂਦੇ ਆ, ਜੇ 2 ਮਿੰਟ ਰੁਕ ਕੇ ਵੇਖੀਏ ਤੇ ਗੁਰਬਖਸ਼ ਸਿੰਘ ਦੀ ਉੱਥੇ ਯਾਦ ਬਣੀ ਹੋਈ ਹੈ। ਤਾਂ ਉਦੋਂ ਉਹਨਾਂ ਕੋਲ ਮੌਕਾ ਸੀ, ਉਹ ਬਚ ਸਕਦੇ ਸੀ, ਕਿਉਂਕਿ ਫੈਸਲਾ ਹੋਇਆ ਸੀ ਵੀ ਸਮਾਂ ਬਚਾਓ, ਮੁੜ ਕੇ ਆਣ ਕੇ ਜੰਗ ਲੜ ਲਵਾਂਗੇ। ਪਰ ਉਹਨਾਂ ਕਿਹਾ ਇਦੋਂ ਚੰਗਾ ਮੌਕਾ ਹੋਰ ਕਦੋਂ ਮਿਲੇਗਾ। ਦਰਬਾਰ ਸਾਹਿਬ ਵਾਸਤੇ ਸ਼ਹੀਦ ਹੋਣ ਵਾਸਤੇ ਉਹ ਲੜਕੇ ਉੱਤੇ ਸ਼ਹੀਦ ਹੋਏ। ਤੋਂ 84 ਤੱਕ ਇਹ ਸ਼ਹਾਦਤਾਂ ਕੋਈ ਇੱਕ ਵਾਰੀ ਨਹੀਂ, ਤੇ ਨਾ ਹੀ ਅਜੇ ਨਾਲ ਅਸੀਂ ਕਹਿ ਸਕਦੇ ਵੀ ਇਹ ਮੁੱਕਣ ਵਾਲਾ ਸਿਲਸਿਲਾ ਹੈ, ਕਿਉਂਕਿ ਅਜੇ ਤਾਂ ਕੌਮ ਉਹਦੇ ਨਾਲੋਂ ਵੀ ਵੱਧ ਸੰਕਟ ਵਿੱਚ ਫਸ ਗਈ ਹੈ। ਔਰ ਤੁਸੀਂ ਹੈਰਾਨ ਨਾ ਹੋਣਾ, ਹਰ ਕੌਮ ਵੱਜੀ ਹੋਈ ਸੱਟ ਤੋਂ ਸਬਕ ਸਿੱਖਦੀ ਹੈ। ਇੱਕ ਆਪਣੇ ਕੌਮ ਹੈ ਜਿਹਨੂੰ ਇੰਨੀਆਂ ਸੱਟਾਂ ਵੱਜੀਆਂ ਪਰ ਫਿਰ ਵੀ ਉਹ ਇੱਕ ਝੰਡੇ ਥੱਲੇ ਇਕੱਤਰ ਹੋਣ ਨੂੰ ਤਿਆਰ ਨਹੀਂ ਹੁੰਦੀ, ਔਰ ਵੱਜੀ ਹੋਈ ਸੱਟ ਤੋਂ ਸਬਕ ਨਹੀਂ ਸਿੱਖਦੇ, ਔਰ ਆਪੋ ਵਿੱਚ ਹੀ ਖਿਆਲਾਂ ਵਿੱਚ ਲੜੀ ਜਾਣਾ, ਇੱਕ ਦੂਜੇ ਨੂੰ ਛਟਿਆਈ ਜਾਣਾ। ਜਿਹੜੇ ਮਸਲੇ ਅੰਦਰ ਬਹਿ ਕੇ ਹੱਲ ਕਰਨ ਵਾਲੇ ਨੇ ਉਹਨਾਂ ਦਾ ਤਮਾਸ਼ਾ ਵਿਖਾ ਲੈਣਾ ਲੋਕਾਂ ਨੂੰ। ਔਰ ਇਹ ਸੱਟ ਬੜੀ ਤਗੜੀ ਸੀ। ਇੰਦਰਾ ਗਾਂਧੀ ਦੀ ਮਾਨਸਿਕਤਾ ਇੱਕ ਡਿਕਟੇਟਰਸ਼ਿਪ ਮਾਨਸਿਕਤਾ ਸੀ, ਯਾਨੀ ਉਹ ਆਪਣੇ ਆਪ ਨੂੰ ਹਿਟਲਰ ਦੇ ਰੂਪ ਵਿੱਚ ਵੀ ਪੇਸ਼ ਕਰਦੀ ਸੀ। ਇਹਦੀਆਂ ਉਦਾਹਰਨਾਂ ਜਦ 75 ਵਿੱਚ ਉਹਨੇ ਐਮਰਜੈਂਸੀ ਲਾਈ, ਕਿਸੇ ਦੀ ਉਹਨੇ ਸਲਾਹ ਨਹੀਂ ਲਈ। ਇੱਥੋਂ ਤੱਕ ਆਪਣੇ ਮੈਂਬਰ ਪਾਰਲੀਮੈਂਟ ਕੋਈ ਬੰਦਾ ਉਹਦੇ ਨਾਲ ਅੱਖ ਉੱਚੀ ਕਰਕੇ ਬੋਲ ਨਹੀਂ ਸੀ ਸਕਦਾ। ਉਹਨੇ ਜਨਸੰਘੀਆਂ ਨੂੰ ਕੁੱਟਣਾ ਸੀ, ਅਕਾਲੀ ਵਿੱਚ ਵੜ ਗਏ ਔਰ ਇਹ ਉਹਦੇ ਟਾਰਗੇਟ ਤੇ ਆ ਗਏ ਸਿੱਖ। ਕਰਤਾਰ ਸਿੰਘ ਨੇ ਜਦ ਗੱਲ ਕਹੀ ਸੀ ਦਿੱਲੀ, ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਮਨਾਈ ਜਾ ਰਹੀ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਦਾਂ ਪ੍ਰਕਾਸ਼ ਸੀ ਤੇ ਇੰਦਰਾ ਵੀ ਆ ਗਈ। ਤੇ ਸਾਨੂੰ ਆਦਤ ਹੁੰਦੀ ਹੈ ਵੀ ਜਦੋਂ ਕੋਈ ਲੀਡਰ ਆਏ ਅਸੀਂ ਮਹਾਰਾਜ ਦਾ ਪ੍ਰਕਾਸ਼ ਛੱਡ ਕੇ ਤੇ ਉੱਠ ਕੇ ਚੱਲ ਜਾਂਦੇ ਹਾਂ। ਹੁਣ ਵੀ ਸਾਨੂੰ ਆਦਤ ਹੈ, ਕੋਈ ਸਾਧ ਆ ਜਾਏ ਨਾ, ਬੇਸ਼ੱਕ ਉਹਦੀ ਕਰਤੂਤ ਕੋਈ ਵੀ ਨਾ ਹੋਏ, ਪਰ ਅਸੀਂ ਮਹਾਰਾਜ ਦੇ ਚਰਨਾਂ 'ਚ ਬੈਠੇ ਤਾਂ ਉੱਠ ਕੇ ਉਹਨੂੰ ਉਧਰ ਨੂੰ ਭੱਜ ਜਾਂਦੇ ਹਾਂ। ਸੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹੀ ਜਾਂਦੇ ਵੀ ਪ੍ਰਗਟ ਗੁਰਾਂ ਕੀ ਦੇ, ਪਰ ਜਦੋਂ ਅਮਲੀ ਰੂਪ ਵਿੱਚ ਉੱਥੇ ਅਸੀਂ ਫਿੱਕੇ ਪੈ ਜਾਂਦੇ ਹਾਂ। ਤੋਂ ਸਿੱਖ ਗਏ ਸੀ ਗਾਂ ਨੂੰ ਉਹਦਾ ਸਤਿਕਾਰ ਕਰਨ, ਤੇ ਬਾਬਾ ਕਰਤਾਰ ਸਿੰਘ ਜੀ ਦੀ ਕਥਾ ਸੀ, ਉਹਨਾਂ ਨੂੰ ਬੜਾ ਗੁੱਸਾ ਲੱਗਾ ਇਸ ਗੱਲ ਦਾ। ਉਹ ਕਹਿੰਦੇ ਗੁਰੂ ਕਿਉਂ ਸਿੱਖੋ ਕੀ ਹੋ ਗਿਆ ਤੁਹਾਨੂੰ? ਉਹ ਤੇ ਮੱਥਾ ਟੇਕਣ ਆ ਰਹੀ ਹੈ ਤੇ ਉਹਦੇ ਉੱਤੇ ਇੰਨੇ ਆਸਾਨ ਨੇ, ਜੇ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੀਸ ਨਾ ਦਿੱਲੀ ਵਾਰਦੇ ਤੇ ਇਹ ਰਾਜ ਭਾਗ ਕਿੱਥੋਂ ਲੈ ਲੈਂਦੇ? ਇਹ ਤੇ ਕਈ ਜਨਮ ਕਰਜ਼ਾ ਲਾਉਂਦੀ ਰਹੇ ਤੇ ਸਿੱਖਾਂ ਦਾ ਕਰਜ਼ਾ ਨਹੀਂ ਲਾ ਸਕਦੀ, ਤੇ ਤੁਸੀਂ ਇਹਦੀਆਂ ਜੁੱਤੀਆਂ ਚੱਟਦੇ ਫਿਰਦੇ ਹੋ। ਉਹ ਗੱਲ ਉਹਨੇ ਨੋਟ ਕਰ ਲਈ ਸੀ ਵੀ ਇਸ ਬੁਲਾਰੇ ਨੇ ਇਹ ਗੱਲ ਕਹੀ, ਮੈਨੂੰ ਪ੍ਰਾਈਮ ਮਿਨਿਸਟਰ ਹੁੰਦਿਆਂ ਛਟਿਆਇਆ ਵੀ ਇਹ ਕੌਣ ਹੈ। ਉਹ ਫਿਰ ਸਮੇਂ ਲੱਭਦੀ ਸੀ ਵੀ ਕੋਈ ਗੱਲ ਨਹੀਂ, ਕਦੇ ਨਾ ਕਦੇ ਕੋਈ ਮਸਲਾ ਬਣੇਗਾ, ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਮੇਰੀ ਤਾਕਤ ਕੀ ਹੈ। ਔਰ 75 ਤੋਂ ਬਾਅਦ ਉਹ ਹਾਰ ਗਈ ਸੀ। ਫਿਰ ਜਨਸੰਘ ਦੀ ਸਰਕਾਰ ਬਣ ਗਈ, ਮਰਾਰਜੀ ਦੇਸਾਈ ਅੰਮ੍ਰਿਤਸਰ ਆਏ ਤੇ ਦਰਬਾਰ ਸਾਹਿਬ ਤੋਂ ਪ੍ਰਸ਼ਾਦ ਮਿਲਦਾ ਹੈ, ਹਰ ਕੋਈ ਲੈਂਦਾ ਬੜੇ ਪ੍ਰੇਮ ਨਾਲ। ਉਹਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਨਾਲ ਦੇ ਨੂੰ ਫੜਾਤੀ ਸੀ। ਮਨ ਅੰਦਰ ਇਹ ਸੀ ਵੀ ਇਹ ਸਿੱਖਾਂ ਦਾ ਦਰਬਾਰ ਹੈ ਤੇ ਮੈਂ ਇੱਕ ਕੱਟੜ ਹਿੰਦੂ ਹਾਂ, ਮੈਂ ਦੇਗ ਨਹੀਂ ਲੈਣੀ। ਉਹਨੂੰ ਡਾਕਟਰਾਂ ਨੇ ਦੱਸਿਆ ਹੋਇਆ ਸੀ ਵੀ ਜੇ ਤੂੰ ਗਾਂ ਦਾ ਮੂਤ ਪੀਏਗਾ ਤੇ ਬਚ ਜਾਏਗਾ। ਉਹ ਗਾਂ ਦਾ ਪਿਸ਼ਾਬ ਤਾਂ ਰੋਜ਼ ਪੀਂਦਾ ਸੀ, ਪਰ ਦਰਬਾਰ ਸਾਹਿਬ ਦਾ ਦੇਗ ਜਿਹੜੀ ਉਹਨੇ ਲੈ ਕੇ ਨਾਲ ਦੇ ਨੂੰ ਫੜਾਤੀ ਸੀ, ਇਹ ਸਵੀਕਾਰ ਨਹੀਂ ਸੀ ਕੀਤੀ। ਤੇ ਉਹਦੇ ਨਾਲ ਸਾਡੇ ਬੰਦਿਆਂ ਦੀ ਸਾਂਝ ਸੀ, ਕਿਉਂਕਿ ਪੋਲੀਟੀਕਲ ਸਮਝੌਤੇ ਹੁੰਦੇ ਆ। ਉਸ ਤੋਂ ਬਾਅਦ ਫਿਰ ਉਹ 80 ਵਿੱਚ ਤਾਕਤ ਵਿੱਚ ਆਉਂਦੀ ਹੈ। 80 ਵਿੱਚ ਉਹਦੇ ਕੋਲ ਫੁੱਲ ਤਾਕਤ ਸੀ। ਉਸ ਵਕਤ ਫਿਰ ਉਹਨੇ ਇਸ ਮਸਲੇ ਨੂੰ ਇਸ ਢੰਗ ਨਾਲ ਉਭਾਰਿਆ, ਕਿਸੇ ਦੀ ਉਹਨੇ ਸਲਾਹ ਨਹੀਂ ਲਈ। ਜਦੋਂ ਰਾਸ਼ਟਰਪਤੀ ਜੈਲ ਸਿੰਘ ਨੇ ਕਿਹਾ
ਵੀ ਬੀਬੀ ਜੇ ਤੂੰ ਫੌਜ ਚੜਾਏ ਤੇ ਬਜਣਾ ਤੂੰ ਵੀ ਨਹੀਂ। ਉਹਨੇ ਕਿਹਾ ਕਿਉਂ? ਕਹਿੰਦਾ ਸਿੱਖਾਂ ਦੀ ਹਿਸਟਰੀ ਹਮਲਿਆਂ ਦੀ ਹਿਸਟਰੀ ਹੈ, ਬਦਲਿਆਂ ਦੀ ਹਿਸਟਰੀ ਹੈ, ਇਹ ਹੋਰ ਤਾਂ ਕਿਸੇ ਨੂੰ ਮਾਫ ਕਰ ਦੇਣਗੇ, ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੇ ਨੂੰ ਮਾਫ ਨਹੀਂ ਕਰਦੇ। ਤੇ ਉਹਨੇ ਅੱਗੋਂ ਇਹ ਕਿਹਾ ਸੀ ਮੈਨੂੰ ਮਤਾਂ ਦੇਣ ਦੀ ਲੋੜ ਨਹੀਂ, ਮੈਂ ਖਤਰਿਆਂ ਨਾਲ ਖੇਡਦੀ ਜਵਾਨ ਹੋਈ ਹੈ, ਜੇ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਮੈਨੂੰ ਜਾਨ ਵੀ ਵਾਰਨੀ ਪਈ ਤੇ ਮੈਂ ਗਰੇਜ ਨਹੀਂ ਕਰਾਂਗੀ। ਉਹਨੇ ਆਖਿਆ ਮੈਂ ਸੈਨ ਨਹੀਂ ਕਰਨਾ, ਉਹ ਰਾਸ਼ਟਰਪਤੀ ਸੀ। ਉਹਨੇ ਆਖਿਆ ਤੇਰੇ ਸੈਨਾਂ ਦੀ ਮੈਨੂੰ ਲੋੜ ਵੀ ਨਹੀਂ ਹੈ, ਜਿੱਦਣ ਪੰਜਾਬ ਨੂੰ ਗੜਬੜਵਾੜਾ ਇਲਾਕਾ ਕਰਾਰ ਦਿੱਤਾ ਸੀ ਮੈਂ ਤੇਰੇ ਹੱਥ ਪਹਿਲਾਂ ਹੀ ਵਢਾ ਲਏ ਸੀ, ਹੁਣ ਜੋ ਕਰੇਗੀ ਉਹ ਫੌਜ ਕਰੇਗੀ। ਸਾਰੇ ਪੰਜਾਬ ਦੀ ਜਿਹੜੀ ਮਸ਼ੀਨਰੀ ਸੀ ਜਿਹਦੇ ਵਿੱਚ ਡੀਸੀ ਹੁੰਦਾ, ਗਵਰਨਰ ਹੁੰਦਾ, ਦੂਜਾ ਤੀਜਾ, ਉਹ ਸਭ ਉਹਨੇ ਫੇਲ ਕਰਕੇ ਇੱਕ ਫੌਜੀ ਨੂੰ ਅਧਿਕਾਰ ਦੇ ਦਿੱਤੇ ਵੀ ਤੂੰ ਜੋ ਕਰਨਾ ਉਹ ਕਰ ਦੇ, ਔਰ ਮੈਨੂੰ ਇਹ ਰੋਜ਼-ਰੋਜ਼ ਦਾ ਜਿਹੜਾ ਇਹ ਰੌਲਾ ਰੱਪਾ ਹੈ ਇਹ ਬੰਦ ਹੋਣਾ ਚਾਹੀਦਾ। ਇਸ ਤਰੀਕੇ ਨਾਲ ਉਹ ਅਗਲੀ ਵਾਰ ਦੇਸ਼ ਦੀਆਂ ਚੋਣਾਂ ਜਿੱਤਣਾ ਚਾਹੁੰਦੀ ਸੀ। ਔਰ ਦੂਸਰੀ ਗੱਲ, ਪੰਜਾਬ ਤੇ ਹਿੰਦੁਸਤਾਨ ਦੋਨਾਂ ਨੂੰ ਜਦੋਂ ਅਸੀਂ ਵੇਖਦੇ ਹਾਂ ਤੇ ਪੂਰੇ ਦੇਸ਼ ਵਿੱਚ ਪੰਜਾਬ ਇੱਕ ਨਿੱਕੀ ਜਿਹੀ ਸਟੇਟ ਹੈ, ਏਡੇ ਤੇ ਮਹਾਰਾਸ਼ਟਰ ਦੇ ਜ਼ਿਲ੍ਹੇ ਨੇ ਜਿਹੜਾ ਸਾਡਾ ਪੰਜਾਬ ਹੈ, ਔਰ ਇਹ ਕੋਈ ਬਹੁਤੀ ਵੱਡੀ ਅਹਿਮੀਅਤ ਨਹੀਂ ਰੱਖਦਾ ਜਦੋਂ ਉਹਨਾਂ ਨੇ ਦੇਸ਼ ਵੇਖਣਾ ਹੋਵੇ। ਤਾਂ ਫਿਰ ਕੁਦਰਤੀ ਗੱਲ ਸੀ, ਹੁਣ ਇਹ ਟਾਰਗੇਟ ਤੇ ਸੀ ਸਿੱਖ, ਔਰ ਜਿਹੜੀਆਂ ਕਾਰਵਾਈਆਂ ਉਹ ਸਾਰੀਆਂ ਸੰਤ ਜਰਨੈਲ ਸਿੰਘ ਨਾਲ ਜੋੜ ਕੇ ਵੇਖੀਆਂ ਜਾ ਰਹੀਆਂ ਸੀ। ਹਾਲਾਂਕਿ ਕੋਈ ਸਿੱਧੇ ਰੂਪ ਵਿੱਚ ਉੱਤੇ ਪਰਚਾ ਵੀ ਦਰਜ ਨਹੀਂ ਸੀ, ਪਰ ਉਸ ਵਕਤ ਸੰਤ ਜਰਨੈਲ ਸਿੰਘ ਕੌਮ ਦਾ ਇੱਕ ਰਹਿਨੁਮਾ ਬਣ ਗਿਆ ਸੀ, ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ, ਔਰ ਕੋਈ ਵੀ ਗੱਲ ਹੁਣ ਸਿਰੇ ਨਹੀਂ ਸੀ ਚੜ੍ਹ ਸਕਦੀ ਜਦ ਤੱਕ ਸੰਤ ਜਰਨੈਲ ਸਿੰਘ ਉਹਦੇ ਬਾਰੇ ਆਪਣੀ ਰਾਏ ਨਾ ਦੇਵੇ। ਇੱਥੋਂ ਤੱਕ ਅੰਦਰ ਤੇ ਬਾਹਰ ਹਰ ਥਾਂ ਸੰਤ ਜਰਨੈਲ ਸਿੰਘ ਦੀ ਜੈ-ਜੈਕਾਰ ਹੋ ਰਹੀ ਸੀ। ਤਾਂ ਉਸ ਵਕਤ ਫਿਰ ਫੌਜ ਦੇ ਸਾਹਮਣੇ ਨਿਸ਼ਾਨਾ ਸੰਤ ਜਰਨੈਲ ਸਿੰਘ ਸੀ। ਆਈਡੀਆ ਇਹ ਗਲਤ ਹੋਇਆ ਵੀ ਫੌਜ ਨੂੰ ਇੰਜ ਲੱਗਾ ਵੀ ਜਿਵੇਂ ਉੱਥੇ ਜੋ ਪੁਲਿਸ ਨਹੀਂ ਕਰ ਸਕੀ, ਸੀਆਰਪੀ ਨਹੀਂ ਕਰ ਸਕੀ, ਤੇ ਸਾਡੇ ਸਾਹਮਣੇ ਕਿੰਨੇ ਅੜਨਾ ਹੈ, ਸਾਡੇ ਤੇ ਦਹਿਸ਼ਤ ਹੀ ਇੰਨੀ ਹੈ 2-4 ਘੰਟਿਆਂ ਵਿੱਚ ਇਹ ਮਸਲਾ ਜਿਹੜਾ ਉਹ ਫਤਿਹ ਹੋ ਜਾਣਾ ਹੈ। ਪਰ ਇਹ ਨਹੀਂ ਸੀ ਪਤਾ ਵੀ ਅੰਦਰ ਇੰਨੀ ਵੱਡੀ ਜੰਗ ਹੋਣੀ ਹੈ। ਔਰ ਕੁਦਰਤੀ ਗੱਲ, ਦਰਬਾਰ ਸਾਹਿਬ ਰਣਨੀਤੀ ਤੋਂ ਬਹੁਤ ਸੁਰੱਖਿਆ ਭਰਪੂਰ ਹੈ, ਕਿਉਂਕਿ ਤੁਸੀਂ ਭਾਵੇਂ ਘੰਟਾ ਘਰ ਵਾਲੇ ਬੰਨਿਓ ਜਾਓ, ਭਾਵੇਂ ਸਰਾਂ ਵਾਲੇ ਬੰਨਿਓ ਜਾਓ, ਔਰ ਉਹਦੇ ਧਰਤੀ ਦੇ ਹੇਠਾਂ ਉਤਰ ਕੇ ਜਾਣਾ ਪੈਂਦਾ ਹੈ। ਤੇ ਜੇ ਉਹ ਜਿਹੜੇ ਪਕਰਮਾਂ 'ਚ ਬਰਾਂਡੇ ਨੇ, ਕਮਰੇ ਨੇ, ਉਹਨਾਂ ਵਿੱਚ ਬੰਦੇ ਬੈਠੇ ਹੋਣ ਤੇ ਉੱਥੋਂ ਦੀ ਲੰਘ ਕੇ ਜਾਣ ਵਾਲਾ ਬੰਦਾ ਉਹਨਾਂ ਦੀ ਰੇਂਜ 'ਚ ਹੁੰਦਾ, ਭਾਵੇਂ ਉਹ ਨੀਵਾਂ ਹੋ ਕੇ ਜਾਵੇ ਤੇ ਭਾਵੇਂ ਉੱਚਾ ਹੋ ਕੇ ਜਾਵੇ। ਉੱਥੇ ਮੋਰਚਾਬੰਦੀ ਜਨਰਲ ਸ਼ਬੀਰ ਸਿੰਘ ਨੇ ਸਾਰੀ ਉਹ ਕੀਤੀ ਹੋਈ ਸੀ। ਤਾਂ ਫੌਜ ਫਿਰ ਮੌਤ ਦੀ ਕਿੜਕੀ ਵਿੱਚ ਫਸ ਗਈ, ਔਰ ਇਹ ਮਾਮਲਾ 5 ਜੂਨ ਤੱਕ ਸ਼ਾਮ ਤੱਕ ਚਲਾ ਗਿਆ। ਕੋਈ ਫਤਿਹ ਦੀ ਆਸ ਉਹਨਾਂ ਨੂੰ ਦਿਸ ਨਹੀਂ ਸੀ ਰਹੀ। ਇਸ ਕਰਕੇ ਫਿਰ ਉਹਨਾਂ ਨੇ ਆਰਡਰ ਮੰਗਾਏ ਕਿ ਹੁਣ ਕੀ ਕੀਤਾ ਜਾਏ। ਫਿਰ ਟੈਂਕ ਤੋਪਾਂ ਤੱਕ ਗੱਲ ਮੁੱਕੀ, ਲੇਕਿਨ ਫਿਰ ਵੀ ਉਹਨਾਂ ਨੇ ਇੱਕ ਰਵਾਇਤ ਨੂੰ ਪੂਰੀਆਂ ਕਰਦਿਆਂ ਸੰਤ ਜਰਨੈਲ ਸਿੰਘ ਨੂੰ ਸਿਲੰਡਰ ਕਰਨ ਵਾਸਤੇ ਕਿਹਾ। ਉਹਨਾਂ ਦਾ ਮਤਲਬ ਇਹ ਸੀ ਜੇ ਅਜੇ ਵੀ ਅੱਗੋਂ ਗੋਲੀ ਚੱਲਣੋਂ ਬੰਦ ਹੋ ਜਾਏ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਜੰਗ ਜਿੱਤੀ ਜਾ ਸਕਦੀ ਹੈ। ਪਰ ਸੰਤ ਜਰਨੈਲ ਸਿੰਘ ਜੀ ਨੇ ਫੈਸਲਾ ਕਰ ਲਿਆ ਸੀ ਕਿ ਸਿਰ ਵਾਰ ਕੇ ਇਸ ਪਾਵਨ ਸਥਾਨ ਦੀ ਅਜ਼ਮਤ ਦੀ ਰਾਖੀ ਕਰਨੀ ਹੈ। ਇਸ ਕਰਕੇ ਅੱਗੋਂ ਜਦੋਂ ਲਲਕਾਰ ਭਰਿਆ ਜਵਾਬ ਸੁਣਿਆ ਤਾਂ ਫਿਰ ਉਹਨਾਂ ਦੇ ਵੱਸ ਵਿੱਚ ਇਹੋ ਹੀ ਸੀ ਵੀ ਫਿਰ ਉਹ ਇੰਦਰਾ ਗਾਂਧੀ ਨੂੰ ਜਵਾਬ ਦਿੰਦੇ ਵੀ ਅਸੀਂ ਮੋਰਚਾ ਫਤਿਹ ਕਰ ਲਿਆ। ਫਿਰ ਕਹਿਰ ਦੀ ਜੰਗ ਜਿਹੜੀ ਸਭ ਤੋਂ ਜ਼ਿਆਦਾ ਸ਼ੁਰੂ ਹੋਈ ਹੈ ਉਹ 5 ਤੇ 6 ਜੂਨ ਦੇ ਸੂਰਜ ਚੜ੍ਹਨ ਤੋਂ ਪਹਿਲੀ ਜਿਹੜੀ ਉਹ ਰਾਤ ਹੈ, ਉਸ ਰਾਤ ਦਰਮਿਆਨ ਹੋਈ ਹੈ। ਇੱਕ ਕਿਤਾਬ ਜਰਨਲ ਨੇ ਲਿਖੀ ਪਹਿਲਾਂ, ਇੱਕ ਆਈ ਬਾਅਦ ਵਿੱਚ ਕਿਤਾਬ ਜਿਹੜੀ 80% ਝੂਠੀ ਹੈ ਤੇ ਸਾਡੇ ਜਿੰਨੇ ਬਹੁਤੇ ਬੁਲਾਰੇ ਬੋਲਦੇ ਆ ਉਹ ਉਹਦੇ ਚੋਂ ਹਵਾਲਾ ਦਿੰਦੇ ਨੇ। ਤਾਂ ਮੈਂ ਕਹਿੰਦਾ ਵੀ ਇਹ ਸਾਰੀ ਵੀਡੀਓਗ੍ਰਾਫੀ ਕੀਤੀ ਹੋਈ ਹੈ ਆਰਮੀ ਨੇ, ਜਿਹੜਾ ਉੱਥੇ ਟੈਗ ਕੀਤਾ ਨਾ, ਉਹਦੀ ਪੂਰੀ ਵੀਡੀਓਗ੍ਰਾਫੀ ਸਰਕਾਰ ਦੇ ਕੋਲ ਹੈ। ਕੱਲ ਨੂੰ ਜੇ ਉਹ ਜਨਤਕ ਕਰ ਦਿੰਦੀ ਹੈ ਕੋਈ ਸਰਕਾਰ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਐਵੇਂ ਕਲਪਨਾ 'ਚ ਕਹਿ ਰਹੇ ਹਾਂ ਜਾਂ ਅਸੀਂ ਐਵੇਂ ਗੱਲਾਂ ਅਗਲੇ ਨੂੰ ਬੈਠਿਆਂ ਕੋਈ ਉਹ ਮਤਲਬ ਖੁਸ਼ ਕਰਨ ਵਾਸਤੇ ਕਹਿ ਰਹੇ ਹਾਂ ਤਾਂ ਉਹ ਗੱਲਾਂ ਝੂਠੀਆਂ ਸਾਬਤ ਹੋ ਜਾਣੀਆਂ। ਉਹ ਵੀਡੀਓਗ੍ਰਾਫੀ ਪੰਜਾਬ ਦੇ ਮੁੱਖ ਮੰਤਰੀ ਪਾਸ ਵੀ ਹੈ, ਇਸ ਨੇ ਭਾਵੇਂ ਅਸਤੀਫਾ ਦੇ ਦਿੱਤਾ ਸੀ, ਉਹ ਸਾਰੀ ਉਹਦੇ ਵਿੱਚ ਉਹਨਾਂ ਨੇ ਉਹਨੂੰ ਕੈਚ ਕੀਤਾ ਵੀ ਉੱਥੇ ਹੋਇਆ ਕੀ ਹੈ। ਤਾਂ 5 ਤੇ 6 ਜੂਨ ਇਹ ਜਿਹੜੀ ਸਭ ਤੋਂ ਵੱਡੀ ਜੰਗ ਹੈ, ਔਰ ਜਦੋਂ ਇੱਥੋਂ ਫਿਰ ਕਰੋ ਜਾਂ ਮਰੋ ਦੀ ਲੜਾਈ ਸੀ, ਔਰ ਬਹੁਤ ਸਾਰੇ ਬੰਦੇ ਸਾਡੇ ਕੋਲ ਚਸ਼ਮਦੀਦ ਗਵਾਹ ਹੈ। ਮੈਂ ਤਾਂ ਇਹ ਬੜਾ ਹੈਰਾਨ ਹੈ, ਅੱਜ YouTube ਤੇ ਮੈਂ ਸਵੇਰੇ 2-3 ਡਿਬੇਟਾਂ ਸੁਣ ਕੇ ਆਇਆ। ਕੋਈ ਕਹਿ ਰਿਹਾ ਕਿ ਸੰਤ ਮੇਰੇ ਸਾਹਮਣੇ ਸ਼ਹੀਦ ਹੋਏ, ਕੋਈ ਕਹਿ ਰਿਹਾ ਕਿ ਸੰਤਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਆ ਕਿਹਾ, ਅਸੀਂ ਸੰਤਾਂ ਨੂੰ ਸ਼ਹੀਦ ਹੁੰਦੇ ਅੱਖੀਂ ਵੇਖਿਆ। ਭਾਈ 20 ਸਾਲ ਕਿੱਥੇ ਰਹੇ?
20 ਸਾਲ ਤੇ ਅਸੀਂ ਇਹ ਕਹਿੰਦੇ ਰਹੇ ਵੀ ਸੰਤ ਜਿਉਂਦਾ ਹੈ, ਉਹਦੀ ਸ਼ਹਾਦਤ ਡਿਕਲੇਅਰ ਨਹੀਂ ਕੀਤੀ, ਤੇ ਔਰ ਜੇ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਅਸੀਂ ਉਹਦੀ ਸ਼ਹਾਦਤ ਦਾ ਹੱਕ ਖੋਹ ਲਿਆ। ਅਸੀਂ ਕਿੰਨਾ ਕੁ ਇਨਸਾਫ ਕੀਤਾ ਸੰਤ ਜਰਨੈਲ ਸਿੰਘ ਨਾਲ। ਤੋਂ 5 ਤੇ 6 ਜੂਨ ਇਹ ਸੰਤਾਂ ਦੀ ਉਹ ਸ਼ਹਾਦਤ ਵਾਲੀ ਰਾਤ ਸੀ, ਜਦੋਂ ਉਹਨਾਂ ਦੇ ਰਸਨਾ ਤੋਂ ਕੇਵਲ ਬਾਣੀ ਨਿਕਲ ਰਹੀ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਆਪਣਾ ਉਹ ਸਿਰ ਤਲੀ ਤੇ ਬਾਬੇ ਦੀਪ ਸਿੰਘ ਵਾਂਗੂ ਰੱਖ ਕੇ ਲੜ ਰਹੇ ਸੀ। ਆਓ ਉਸ ਭਿਆਨਕ ਰਾਤ ਨੂੰ ਜੋ ਕਹਿਰ ਉਸ ਦਰਬਾਰ ਸਾਹਿਬ ਦੀ ਧਰਤੀ ਤੇ ਵਰਤਿਆ, ਉਹਨੂੰ ਇੱਕ ਛੰਦ ਰਾਹੀਂ ਉਮਨੇ ਕੀਤਾ ਜਾ ਰਿਹਾ। 5 ਜੂਨ ਵਜੇ ਜਦ 12 ਚੜੇ ਫੌਜੀ ਜੋਨ ਹਜ਼ਾਰਾਂ, ਲੱਗੇ ਕੱਢਣ ਦਿਲਾਂ ਦੀਆਂ ਖਾਰਾਂ, ਗੋਲੀ ਨਾਲ ਹੀ ਉਹ ਮੀਂਹ ਬਰਸਾਉਣ ਲੱਗੇ, ਤੋਪਾਂ ਨਾਲ ਤਖਤੀ ਉਡਾਉਣ ਲੱਗੇ। ਜਦ ਵੱਜਣ ਤੋਪ ਦੇ ਗੋਲੇ, ਲੱਗੇ ਬੁਰਜ ਹੋਣ ਟੱਠ ਕੋਲੇ, ਅੱਗਾਂ ਲੱਗੀਆਂ ਮਹਿਲ ਹੋਏ ਕੋਲੇ, ਖੇਲੀ ਹੋਲੀ ਯੋਧਿਆਂ ਚੰਡਿਆਂ ਨੇ, ਕੀਤੀ ਤੋਬਾ ਜੰਗ ਵਿੱਚ ਹੰਡਿਆਂ ਨੇ। ਜਦ 12 ਚੜੇ ਫੌਜੀ ਜੋਨ ਹਜ਼ਾਰਾਂ, ਲੱਗੇ ਕੱਢਣ ਦਿਲਾਂ ਦੀਆਂ ਖਾਰਾਂ, ਗੋਲੀ ਨਾਲ ਮੀਂਹ ਬਰਸਾਉਣ ਲੱਗੇ, ਤੋਪਾਂ ਨਾਲ ਤਖਤੀ ਉਡਾਉਣ ਲੱਗੇ। ਜਦ ਵੱਜਣ ਤੋਪ ਦੇ ਗੋਲੇ, ਲੱਗੇ ਬੁਰਜ ਹੋਣ ਟੱਠ ਖੋਲੇ, ਅੱਗਾਂ ਲੱਗੀਆਂ ਮਹਿਲ ਹੋਏ ਕੋਲੇ, ਖੇਲੀ ਹੋਲੀ ਯੋਧਿਆਂ ਚੰਡਿਆਂ ਨੇ, ਕੀਤੀ ਤੋਬਾ ਜੰਗ ਵਿੱਚ ਹੰਡਿਆਂ ਨੇ। ਜਾਤਰੂ ਆਏ ਬਈ ਜਿਹੜੇ ਲੋਕ ਜਾਤਰੂ ਆਏ, ਫੌਜਾਂ ਨੇ ਮਾਰ ਮਕਾਏ, ਗੋਲੀ ਅੱਗੇ ਪੇਸ਼ ਨਾ ਜਾਏ, ਚੋਂ ਪਾਸਿਓਂ ਗੋਲੀ ਵਰਦੀ ਸੀ, ਛੱਟ ਜਾਨ ਜਿਸਮ ਚੋਂ ਕੱਢਦੀ ਸੀ। ਕਹਿੰਦਾ ਸੰਤ ਲੁਕਣ ਨਹੀਂ ਦੇਣਾ, ਕਹਿੰਦਾ ਸੰਤ ਲੁਕਣ ਨਹੀਂ ਦੇਣਾ, ਪਿੱਛੇ ਅਸਲਾ ਮੁੱਕਣ ਨਹੀਂ ਦੇਣਾ, ਸਿਰ ਕਿਸੇ ਨੂੰ ਝੁਕਣ ਨਹੀਂ ਦੇਣਾ, ਜਿਸ ਥਾਂ ਤੇ ਲੁਕਿਆ ਢਾ ਦਿਆਂਗੇ, ਲੋਥਾਂ ਤੇ ਲੋਥ ਚੜਾ ਦਿਆਂਗੇ। ਦਿੱਲੀ ਨੂੰ ਪਾਇਆ ਤੇ ਬਾਗੀ ਕਦਮ ਹੀ ਉਠਾਇਆ, ਜਾਊ ਤੋਪਾਂ ਨਾਲ ਹੀ ਉਡਾਇਆ, ਭਾਵੇਂ ਕਿੰਨੀ ਫੌਜ ਨੂੰ ਮਰਨਾ ਪਏ, ਨੁਕਸਾਨ ਕਿੰਨਾ ਚਾਹੇ ਕਰਨਾ ਪਏ। ਹੈਲੀਕਾਪਟਰ ਚੱਲਦਾ, ਪਲ ਪਲ ਦੀ ਡੇਰੀ ਕਰਦਾ, ਨਹੀਂ ਸਮਾਂ ਕਿਸੇ ਤੋਂ ਟਲਦਾ, ਗੱਲ ਜੱਗੋਂ 13ਵੀਂ ਹੋ ਰਹੀ ਸੀ, ਫੜ ਮੌਤ ਜਿੰਨਾਂ ਨੂੰ ਕੋ ਰਹੀ ਸੀ। ਅਕਾਲ ਦਾ ਸਜਦਾ ਬਈ ਜਿੱਥੇ ਤਖਤੀ ਅਕਾਲ ਦਾ ਸਜਦਾ, ਸਿੱਧਾ ਗੋਲਾ ਉਸ ਵਿੱਚ ਵੱਜਦਾ, ਤੋਪ ਚੱਲਣ ਬੱਦਲ ਜਿਉਂ ਗੱਜਦਾ, ਪੈ ਗਏ ਪਾਰ ਦਰਸ਼ਨੀ ਡੇਰੀ ਨੂੰ, ਰਹੇ ਡੋਬ ਧਰਮ ਦੀ ਬੇੜੀ ਨੂੰ। ਜਿਹਦੀ ਦਿਲ ਫੌਜ ਨਾ ਮਾਸਾ, ਇਹ ਢਾਤ ਲੰਗਰ ਦਾ ਪਾਸਾ, ਜਿੱਥੇ ਸੀ ਸੰਤਾਂ ਦਾ ਵਾਸਾ, ਉਸ ਜਗ੍ਹਾ ਤੇ ਗੋਲੇ ਪੈਂਦੇ ਰੇ, ਸਿੰਘਵਾਰ ਫੌਜ ਦਾ ਸਹਿੰਦੇ ਰੇ। ਅਕਾਲ ਦਾ ਟਹਿ ਗਿਆ ਜਦੋਂ ਤਖਤੀ ਅਕਾਲ ਦਾ ਟਹਿ ਗਿਆ, ਸਿਰ ਲਾਚੀ ਬੇਰ ਦਾ ਲੈ ਗਿਆ, ਮੁਰਦੇ ਨਾਲ ਮੁਰਦਾ ਖਹਿ ਗਿਆ, ਅੱਗੋਂ ਸਿੰਘ ਵੀ ਬਥੇਰਾ ਲੜਦੇ ਰੇ, ਅੰਗ ਨਾਲੋਂ ਜਿਸਮ ਦੇ ਝੜਦੇ ਰੇ। ਗੋਲੀ ਵਿੱਚੋਂ ਪ੍ਰੇਮ ਸੀ ਮੁੱਕ ਗਿਆ, ਗੋਲੀ ਵਿੱਚੋਂ ਪ੍ਰੇਮ ਸੀ ਮੁੱਕ ਗਿਆ, ਕਿਤੇ ਧਰਮ ਰਾਜ ਵੀ ਲੁਕ ਗਿਆ, ਆ ਮੌਕਾ ਦੁੱਖਾਂ ਦਾ ਟੁੱਕ ਗਿਆ, ਲਹੂ ਚਰਬੀ ਦਾ ਬਣ ਗਿਆ ਗਾਰਾ ਸੀ, ਅਜੇ ਕੰਮ ਨਾ ਮੁੱਕਿਆ ਸਾਰਾ ਸੀ। ਗੁਰੂ ਘਰ ਮਚਿਆ ਪਈ ਸੀ ਕਦਰ, ਗੁਰੂ ਘਰ ਮਚਿਆ, ਜੋ ਮਿਲ ਗਿਆ ਉਹ ਨਾ ਬਚਿਆ, ਕੀਤਾ ਫੌਜ ਨੇ ਜੋ ਮਨ ਜਚਿਆ, ਦਿਲ ਸੋਚੀ ਪੈ ਗਿਆ ਸਭ ਦਾ ਜੀ, ਜੋਗੀ ਸਿੰਘਾ ਸੰਤ ਨਾ ਲੱਭਦਾ ਜੀ। ਜਿਨ੍ਹਾਂ ਨੇ ਬਈ ਉਹ ਲੜਾਈ ਵੇਖੀ ਹੈ, ਉਹ ਕਹਿੰਦੇ ਕੋਈ ਪਤਾ ਹੀ ਨਹੀਂ ਸੀ ਲੱਗਦਾ ਕਿ ਗੋਲੀ ਇਸ ਤਰ੍ਹਾਂ ਵਰਦੀ ਸੀ ਜਿਵੇਂ ਭਾਦੋਂ ਦਾ ਸ਼ਰਾਟਾ ਵਰਦਾ। ਔਰ ਬਹੁਤ ਸਾਰੇ ਬੰਦਿਆਂ ਨੇ ਗਲਤ ਕਮਿਟਮੈਂਟ ਵੀ ਕੀਤੀ ਹੈ, ਪਰ ਜਿਹੜੇ ਨਿਰਪੱਖ ਬੰਦੇ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਉਸ ਵਕਤ ਦੀ ਤਸਵੀਰ ਨੂੰ ਬਿਆਨ ਕੀਤਾ ਹੈ। ਗਿਆਨੀ ਜੋਗਿੰਦਰ ਸਿੰਘ ਜੀ ਵਦਾਂਤੀ, ਜਦੋਂ ਅਸੀਂ ਖੱਬੇ ਬੰਨਿਓ ਬਾਬਾ ਦੀਪ ਸਿੰਘ ਵਾਲੇ ਬੰਨਿਓ ਅਕਾਲ ਤਖਤ ਨੂੰ ਜਾਂਦੇ ਹਾਂ, ਖੱਬੇ ਪਾਸੇ ਜਿੱਥੇ ਥੱਲੇ ਕੜਾਹ ਪ੍ਰਸ਼ਾਦ ਮਿਲਦਾ ਹੈ, ਉਹਦੇ ਉੱਪਰ ਰਹਿائش ਵੀ ਹੈ,
ਉੱਥੇ ਉਹਨਾਂ ਦੀ ਰਿਹਾਇਸ਼ ਸੀ। ਮੇਰਾ ਖਿਆਲ ਹੈ ਵੀ ਹੁਣ ਵੀ ਅਜੇ ਉਹਨਾਂ ਨੇ ਉਹ ਜਿਹੜੇ ਕਮਰੇ ਉਹਨਾਂ ਕੋਲ ਹੀ ਹੈ। ਉਹਨਾਂ ਦਾ ਪੀਏ ਵੀਰ ਜਗਬੀਰ ਸਿੰਘ ਜੋ ਹੁਣ ਸਨਹੌਜੇ ਹੈ, ਉਹਦੇ ਕੋਲ ਕਾਫੀ ਵਾਰੀ ਅਸੀਂ ਜਾ ਕੇ ਜਲ ਪਾਣੀ ਛਕ ਕੇ ਆਏ ਹਾਂ। ਤਾਂ ਉਹ ਉਦੋਂ ਵੀ ਰਿਹਾਇਸ਼ ਉਹਨਾਂ ਦੀ ਉੱਥੇ ਹੀ ਸੀ। ਉਹ ਦੱਸਦੇ ਆ ਵੀ ਜਦ ਉੱਪਰੋਂ ਇਹਨਾਂ ਪਹਿਲਾ ਗੋਲਾ ਮਾਰਿਆ, ਦਰਸ਼ਨੀ ਡਿਊੜੀ ਉਹਦੀ ਰੇਂਜ 'ਚ ਆਏ ਔਰ ਫਿਰ ਉਸ ਰੇਂਜਰ ਨੂੰ ਉਹਨਾਂ ਨੇ ਕਿਹਾ ਵੀ ਗਲਤ ਪਾਸੇ ਤੂੰ ਜਾ ਰਿਹਾ, ਢਾਉਣਾ ਆਪਾਂ ਅਕਾਲ ਤਖਤ ਹੈ। ਉਸ ਤੋਂ ਫਿਰ ਉਹਨੇ ਥੋੜੀ ਰੇਂਜ ਸੈੱਟ ਕਰਕੇ ਅਕਾਲ ਤਖਤ ਨੂੰ ਪਹਿਲਾ ਗੋਲਾ ਮਾਰਿਆ ਉੱਪਰਲੇ ਗੁੰਬਦ। ਵਦਾਂਤੀ ਜੀ ਕਹਿੰਦੇ ਉਸ ਤੋਂ ਬਾਅਦ ਇੱਕ ਏਡਾ ਵੱਡਾ ਧਮਾਕਾ ਹੋਇਆ ਜਿਹਨੇ ਪੂਰੇ ਅੰਮ੍ਰਿਤਸਰ ਨੂੰ ਹਿਲਾਤਾ ਔਰ ਸਾਡੇ ਉਹ ਜਿਹੜੇ ਬੂਹੇ ਖਿੜਕੀਆਂ ਇਦਾਂ ਕੰਬ ਰਹੇ ਸੀ ਜਿਵੇਂ ਬਹੁਤ ਵੱਡਾ ਕੋਈ ਭੁਚਾਲ ਆਇਆ। ਕਹਿੰਦਾ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਉਹ ਅੰਦਰਲਿਆਂ ਸਿੰਘਾਂ ਦਾ ਸੀ ਕਿ ਬਾਹਰਲਿਆਂ ਸਿੰਘਾਂ ਦਾ ਸੀ, ਪਰ ਉਹਨੇ ਇੱਕ ਵਾਰੀ ਪੂਰੇ ਅੰਮ੍ਰਿਤਸਰ ਨੂੰ ਵਕਤ 'ਚ ਪਾ ਕੇ ਰੱਖ ਦਿੱਤਾ। ਔਰ ਬਾਅਦ ਵਿੱਚ ਪਤਾ ਲੱਗਾ ਹੈ ਔਰ ਜਿਵੇਂ ਬਰਾੜ ਨੇ ਪਹਿਲੀ ਕਿਤਾਬ ਵਿੱਚ ਲਿਖਿਆ, ਕਿਉਂਕਿ ਮਗਰਲੀ ਕਿਤਾਬ ਜਿਹੜੀ 2009 ਵਾਲੀ ਹੈ ਸੱਚਾਈ ਤੋਂ ਕੋਹਾਂ ਦੂਰ ਹੈ, ਉਹਦੇ ਵਿੱਚ ਉਹ 17,000 ਫੌਜੀ ਮਰਿਆ ਲਿਖਦਾ ਹੈ, ਪਰ ਉਹ ਪੇਸ਼ ਨਹੀਂ ਕਰ ਸਕੇ ਵੀ ਉਹ ਕਿਹੜੇ ਕਿਹੜੇ ਰੈਂਕ ਦਾ ਸੀ, ਕਿੱਥੋਂ ਕਿੱਥੋਂ ਦਾ ਸੀ, ਕਿਉਂਕਿ ਫੌਜ ਦਾ ਸਭ ਕੁਝ ਲਿਖਤੀ ਪੜਤੀ ਹੁੰਦਾ। ਉਹਦੇ ਵਿੱਚ ਲਿਖਿਆ ਵੀ 2 ਜੂਨ ਨੂੰ 2200 ਬੰਦਾ ਅੰਦਰ ਗਿਆ, 5 ਮਿੰਟਾਂ 'ਚ ਅਡਾਤਾ ਸਿੰਘਾਂ ਨੇ। 2 ਜੂਨ ਨੂੰ ਸਾਰਾ ਦਿਨ ਉੱਥੇ ਮਹਿੰਗਾ ਸਿੰਘ ਦਾ ਸੰਸਕਾਰ ਹੁੰਦਾ ਰਿਹਾ, ਉਹਦਾ ਪਰਿਵਾਰ ਬਾਹਰੋਂ ਆਇਆ। 3 ਜੂਨ ਨੂੰ ਹਰਬੀਰ ਸਿੰਘ ਭਵਰ, ਜਸਵੰਤ ਸਿੰਘ ਜੀ ਸਿੱਧੂ, ਬ੍ਰਹਮ ਚਲਾਨੀ, ਇਹ ਸਾਰੇ ਕਰਫਿਊ ਪਾਸ ਬਣਾ ਕੇ ਅੰਦਰ ਗਏ ਔਰ ਉਹਨਾਂ ਕਿਹਾ ਵੀ ਸੰਤਾਂ ਨੇ ਉਸ ਵੇਲੇ ਬਥੂਈ ਪਾਈ ਹੋਈ ਸੀ, ਸਿਰ ਤੇ ਕੇਸਕੀ ਸੀ ਤੇ ਇੰਨਾ ਮਾਹੌਲ ਬਣਿਆ ਹੋਇਆ ਵੀ ਸਾਥੋਂ ਉਹਦੇ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਹੋਈ। ਅਸਲ ਲੜਾਈ 4 ਜੂਨ ਨੂੰ ਮਨੇਰ ਤੋਂ ਸ਼ੁਰੂ ਹੋਈ ਹੈ, 2 ਜੂਨ ਨੂੰ ਆਵਾਜਾਈ ਖੁੱਲੀ ਸੀ। ਤੋਂ ਵੇਦਾਂਤੀ ਸਾਹਿਬ ਕਹਿੰਦੇ ਉਸ ਤੋਂ ਬਾਅਦ ਜਿਹੜੇ ਉਹਨਾਂ ਟੈਂਕ ਅੰਦਰ ਵਾੜੇ ਸੀ, ਉਹਨਾਂ ਟੈਂਕਾਂ ਦੇ ਨਾਲ ਵੀ ਟਕਰਾਉਂਦੀਆਂ ਚੀਜ਼ਾਂ ਵੇਖੀਆਂ ਗਈਆਂ। ਉਹ ਸੀ ਰਾਕਟ ਲਾਂਚਰ ਇੱਧਰ ਵਾਲਿਆਂ ਕੋਲ। ਔਰ ਕੱਲ ਇੱਕ ਫੌਜੀ ਦੇ ਘਰੇ ਅਸੀਂ ਪ੍ਰਸ਼ਾਦ ਪਾਣੀ ਛਕ ਕੇ ਆਏ ਹਾਂ। ਉਹ ਥੋੜਾ ਚਿਰ ਰਿਟਾਇਰ ਹੋ ਕੇ ਪਹਿਲਾਂ ਹੁਣ ਇੱਥੇ ਆਇਆ। ਜਦੋਂ ਪੂਰਾ ਪੰਜਾਬ ਕਰਫਿਊ ਦੇ ਦੌਰਾਨ ਸੀ ਉਦੋਂ ਉਹ ਡਿਊਟੀ ਵੀ ਬਾਹਰਲੇ ਕਰਦਾ ਰਿਹਾ। ਉਹ ਕਹਿੰਦਾ ਵੀ ਇਸ ਤਰ੍ਹਾਂ ਦੇ ਰਾਕਟ ਲਾਂਚਰ ਹੁੰਦੇ ਆ ਜਿਨ੍ਹਾਂ ਨੂੰ ਇਨਸਾਨ ਮੋਢੇ ਤੇ ਚੁੱਕ ਕੇ ਚਲਾ ਸਕਦਾ ਹੈ ਔਰ ਉਹ ਟੈਂਕ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੇ ਆ। ਬੇਸ਼ੱਕ ਉਹਨਾਂ ਨਾਲ ਟੈਂਕ ਹਵਾ ਵਿੱਚ ਨਹੀਂ ਉੱਡਦਾ, ਪਰ ਉਹਨੂੰ ਨਕਾਰਾ ਕੀਤਾ ਜਾ ਸਕਦਾ ਹੈ, ਯਾਨੀ ਜਿਹੜੀ ਉਹਦੇ ਉੱਤੇ ਤੋਪ ਹੁੰਦੀ ਹੈ ਉਹਨੂੰ ਭੰਨਿਆ ਜਾ ਸਕਦਾ ਹੈ, ਉਹਦੀ ਮਾਲ ਨੂੰ ਤੋੜਿਆ ਜਾ ਸਕਦਾ ਹੈ। ਔਰ ਇਸ ਤਰ੍ਹਾਂ ਉਹਨਾਂ ਨੇ ਵਰਤੋਂ ਕਰਕੇ ਉਹਨਾਂ ਟੈਂਕਾਂ ਨੂੰ ਨਕਾਰਾ ਕੀਤਾ। ਹੋ ਸਕਦਾ ਹੈ ਜਦ ਰਾਕਟ ਲਾਂਚਰ ਮੋਗੇ ਹੋਣ ਫਿਰ ਕੁਝ ਸਿੰਘਾਂ ਨੇ ਦਲੇਰੀ ਕਰਕੇ ਵੀ ਇਹ ਹੋਰ ਅੱਗੇ ਨਾ ਆਉਣ, ਆਪਣੇ ਲੱਕਾਂ ਦੇ ਨਾਲ ਬੰਬ ਬੰਨ ਕੇ ਜਾਂ ਕੁਝ ਵੀ ਬੰਨ ਕੇ ਉਹ ਧਮਾਕਾ ਖੇਜ ਸਮੱਗਰੀ ਜਿਹਦੇ ਨਾਲ ਉਹ ਟੈਂਕ ਨਕਾਰਾ ਹੋ ਜਾਂਦੇ ਹੋਣ, ਤਾਂ ਉੱਪਰੋਂ ਛਾਲਾਂ ਮਾਰ ਮਾਰ ਕੇ ਇੱਕ ਜਜ਼ਬੇ ਅਧੀਨ ਉਹਨਾਂ ਟੈਂਕਾਂ ਦਾ ਵੀ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਉਹਨਾਂ ਕੋਲ ਉਹਦੇ ਬਰਾਬਰ ਦਾ ਸਮਾਨ ਨਹੀਂ ਸੀ, ਪਰ ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਲੜਨ ਵਾਲਾ ਦਿਲ ਦਿੱਤਾ ਹੋਇਆ ਸੀ। ਆਖੋ ਸਤਨਾਮ। ਉਹ ਜਿਉਂਦੇ ਜੀ ਭਾਵੇਂ ਬੋਟੀਆਂ ਉੱਡ ਜਾਣੀਆਂ ਉਹਨਾਂ ਦੀਆਂ, ਉਹਨਾਂ ਨੂੰ ਪਤਾ ਸੀ, ਪਰ ਉਹ ਦੁਸ਼ਮਣ ਨੂੰ ਦੱਸ ਦੇਣਾ ਚਾਹੁੰਦੇ ਸੀ ਕਿ ਇਹ ਕੌਮ ਇੰਨੀ ਛੇਤੀ ਦਬਾਈ ਜਾਣ ਵਾਲੀ ਨਹੀਂ ਹੈ। ਔਰ ਸੱਚ ਜਾਣਿਓ, ਲੜਾਈ ਵੀ ਸ਼ਕਤੀ ਦੀ ਸ਼ਕਤੀ ਨਾਲ ਸੀ। ਇਹ ਦਾਅਵਾ ਕਰਦਾ ਬਰਾੜ ਕਿ ਸਾਨੂੰ ਸਖਤ ਹਦਾਇਤ ਸੀ ਕਿ ਦਰਬਾਰ ਸਾਹਿਬ ਨੂੰ ਜ਼ਰੂਰ ਬਚਾਇਆ ਜਾਏ, ਔਰ ਇਹ ਨਹੀਂ ਕਹਿੰਦਾ ਵੀ ਅਕਾਲ ਤਖਤ ਬਾਰੇ ਕੀ ਰਾਏ ਸੀ। ਇਹਦਾ ਸਾਫ਼ ਤੇ ਸਪਸ਼ਟ ਮਤਲਬ ਇਹ ਨਿਕਲਦਾ ਹੈ ਕਿ ਹਰਮੰਦਰ ਬੰਦਗੀ ਦਾ ਘਰ ਹੈ ਤੇ ਸਰਕਾਰ ਸੰਦੇਸ਼ ਦੇਣਾ ਚਾਹੁੰਦੀ ਸੀ ਵੀ ਅੱਖਾਂ ਮੀਟ ਕੇ ਬੰਦਗੀ ਕਰਨੀ ਚਾਹੋ ਤਾਂ ਕਰ ਸਕਦੇ ਹੋ, ਪਰ ਜੇ ਤੁਸੀਂ ਸ਼ਕਤੀ ਦੀ ਗੱਲ ਕੀਤੀ ਤੇ ਫਿਰ ਅਡਾ ਦਿੱਤੇ ਜਾਓਗੇ। ਇਸ ਕਰਕੇ ਉਹਨਾਂ ਅਕਾਲ ਤਖਤ ਨੂੰ ਢਾਹ ਦਿੱਤਾ ਤੇ ਇਹ ਜਿਹੜਾ ਬੰਦਗੀ ਦਾ ਪ੍ਰਤੀਕ ਸੀ ਸ੍ਰੀ ਹਰਮੰਦਰ ਸਾਹਿਬ, ਇਹਨੂੰ ਉਹਨਾਂ ਬਚਾਉਣ ਦੀ ਕੋਸ਼ਿਸ਼ ਕੀਤੀ ਬਰਾੜ ਦੇ ਲਿਖਣ ਮੁਤਾਬਕ। ਆਓ ਹੁਣ ਉਹ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਕਿਉਂਕਿ ਇਹ ਇਦਾਂ ਦਾ ਦਿਲਚਸਪ ਇਹ ਵਿਸ਼ਾ ਹੈ, ਬਲੂ ਸਟਾਰ ਦਾ ਹੈ, ਗੱਲਾਂ ਚੋਂ ਗੱਲਾਂ ਨਿਕਲਦੀਆਂ ਆਉਂਦੀਆਂ ਨੇ। ਔਰ ਇਸ ਤੋਂ ਬਾਅਦ ਜੋ ਕੁਝ ਹੋਇਆ, ਕੱਲ ਇੱਕ ਵੀਰ ਨੇ ਕਿਹਾ ਵੀ ਘੱਲੂਘਾਰਾ ਤੁਸੀਂ ਕਿਉਂ ਕਹਿੰਦੇ ਹੋ। ਮੈਂ ਕਿਹਾ ਯਾਰ ਗੱਲ ਤਾਂ ਬੜੀ ਸਪਸ਼ਟ ਹੈ ਵੀ ਘੱਲੂਘਾਰੇ ਦੇ ਜੇ ਤੁਸੀਂ ਅਰਥ ਸਮਝਦੇ ਹੋਵੋ, ਜਿੱਥੇ ਲੜਨ ਵਾਲੀ ਧਿਰ ਤੋਂ ਬਾਅਦ ਉਸ ਧਿਰ ਦੇ ਬੱਚਿਆਂ ਨਾਲ, ਜਨਾਨੀਆਂ ਨਾਲ ਜਾਂ ਨਿਰਦੋਸ਼ੇ ਲੋਕਾਂ ਨੂੰ ਮਗਰ ਬਾਹਾਂ ਬੰਨ ਕੇ ਗੋਲੀਆਂ ਮਾਰੀਆਂ ਜਾਂਦੀਆਂ, ਇਹਨੂੰ ਆਪਾਂ ਘੱਲੂਘਾਰਾ ਕਹਿੰਦੇ ਆ, ਕਿਉਂਕਿ ਉਹ ਲੜਾਈ ਵਿੱਚ ਸ਼ਾਮਲ ਨਹੀਂ ਸੀ। ਔਰ ਸਰਾਂ ਦੇ ਵਿੱਚ ਬੱਚੇ ਨੂੰ ਮਾਂ ਦੀ ਛਾਤੀ ਤੋਂ ਚੁੱਕ ਕੇ ਮਾਰਿਆ ਜਾਂਦਾ ਤੇ ਆਇਡੈਂਟੀਫਾਈ ਹੈ ਵੀ ਬੱਚਾ ਬੱਚਾ ਹੀ ਹੈ, ਨਾ ਉਹਦੇ ਕੋਲ ਰਾਈਫਲ ਹੈ, ਨਾ ਸਟੇਨ ਗਨ ਹੈ, ਨਾ ਉਹਦੀ ਉਮਰ ਹੈ। ਤੇ ਜੇ ਇਸ ਦੇ ਬਾਵਜੂਦ ਵੀ ਬੱਚੇ ਨੂੰ ਮਾਰ ਦਿੱਤਾ ਜਾਂਦਾ ਤੇ ਘੱਲੂਘਾਰਾ ਕਿਹਨੂੰ ਕਹਾਂਗੇ ਆਪਾਂ। ਲੜਨ ਵਾਲੇ ਤਾਂ ਅੰਦਰ ਹੈ, ਉਹ ਤਾਂ ਜਾਂ ਸ਼ਹੀਦ ਹੁੰਦੇ ਆ ਤੇ ਜਾਂ ਤੁਹਾਨੂੰ ਮਾਰਦੇ ਆ। ਉਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇੱਕ ਗਿਣੀਮਤੀ ਸਾਜ਼ਿਸ਼ ਦੇ ਮੁਤਾਬਕ
ਪੰਜਾਬ ਦੀ ਜਵਾਨੀ ਖਤਮ ਕੀਤੀ ਜਾਂਦੀ, ਜਿਹਦੇ ਵਿੱਚ ਸਭ ਤੋਂ ਵੱਡਾ ਰੋਲ ਇੰਦਰਾ ਗਾਂਧੀ ਦਾ ਹੈ ਔਰ ਹਰਕ੍ਰਿਸ਼ਨ ਸਰਜੀਤ ਵੀ ਇਹ ਤੋਂ ਨਹੀਂ ਬਚ ਸਕਦਾ, ਸਭ ਤੋਂ ਵੱਧ ਸਲਾਹਾਂ ਉਹ ਦਿੰਦਾ ਸੀ। ਤੋਂ ਇਸ ਕਰਕੇ ਇਹਨੂੰ ਘੱਲੂਘਾਰਾ ਕਿਹਾ ਜਾਂਦਾ ਵੀ ਇਹਦੇ ਵਿੱਚ ਲੜਨ ਵਾਲਾ 150-200 ਬੰਦਾ ਸੀ, ਬਾਕੀ ਜਿਹੜੇ ਹਜ਼ਾਰਾਂ ਮਾਰਤੇ ਨਿਰਦੋਸ਼ ਇਸ ਕਰਕੇ ਮਾਰਤੇ ਵੀ ਉਹਨਾਂ ਦਾ ਸਿੱਖਾਂ ਨਾਲ ਸੰਬੰਧ ਸੀ, ਉਹਨਾਂ ਦਾ ਉਸ ਦਰਬਾਰ ਨਾਲ ਸੰਬੰਧ ਸੀ, ਉਹਨਾਂ ਦਾ ਉਸ ਕੌਮ ਨਾਲ ਸੰਬੰਧ ਸੀ। ਤੇ ਜਦੋਂ ਕਿਸੇ ਕੌਮ ਦੀ ਪਨੀਰੀ ਨੂੰ ਕੋਈ ਜ਼ਾਲਮ ਹਥਿਆਰਾ ਟਾਰਗੇਟ ਬਣਾ ਕੇ ਬਿਨਾਂ ਦੋਸ਼ ਸਿੱਧ ਕੀਤੇ, ਬਿਨਾਂ ਮੁਕੱਦਮਾ ਚਲਾਏ, ਬਿਨਾਂ ਪੜਤਾਲ ਕੀਤੇ ਸ਼ਰੇਆਮ ਗੋਲੀਆਂ ਨਾਲ ਉਡਾ ਕੇ ਲਾਸ਼ਾਂ ਦੇ ਢੇਰ ਵਿੱਚ ਬਦਲਦੇ, ਇਹਨੂੰ ਫਿਰ ਘੱਲੂਘਾਰੇ ਦੀ ਡੈਫੀਨੇਸ਼ਨ ਦਿੱਤੀ ਜਾਂਦੀ ਹੈ ਕਿ ਸਮੁੱਚੇ ਰੂਪ ਵਿੱਚ ਕਿਸੇ ਕੌਮ ਦੀ ਤਬਾਹੀ ਕਰਨੀ। ਇਸ ਕਰਕੇ ਇਹਨੂੰ ਆਪਾਂ ਤੀਜਾ ਘੱਲੂਘਾਰਾ ਕਹਿੰਦੇ ਆ, ਕਿਉਂਕਿ ਉੱਥੇ ਆਰਮੀ ਅੰਨੀ ਹੋ ਗਈ। 10 ਲੱਖ ਸ਼ਰਾਬ ਦੀ ਬੋਤਲ ਪੰਜਾਬ ਐਕਸਾਈਜ਼ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕਰਾਈ ਗਈ, ਜਿਹੜੀ ਵਿਸ਼ੇਸ਼ ਆਰਮੀ ਵਾਸਤੇ ਸੀ। ਔਰ ਇਸ ਢੰਗ ਨਾਲ ਵੀ ਇਹਨਾਂ ਦੇ ਦਿਮਾਗ 'ਚ ਇੰਨਾ ਨਸ਼ਾ ਹੋ ਜਾਏ, ਇਹ ਉੱਥੇ ਰੱਬ ਦੇ ਘਰ ਨੂੰ ਰੱਬ ਦਾ ਘਰ ਹੀ ਨਾ ਸਮਝਣ, ਜੋ ਇਹਨਾਂ ਦੇ ਸਾਹਮਣੇ ਆਵੇ ਬੱਚਾ ਬੁੱਢਾ ਉਹਨੂੰ ਗੋਲੀ ਨਾਲ ਮਾਰ ਦੇਣ। ਇਹ ਸੱਚਾਈ ਹੈ, ਲਿਖਤੀ ਪੜਤੀ, ਇਹਨੂੰ ਤੁਸੀਂ ਟਾਲ ਨਹੀਂ ਸਕਦੇ। ਪਰ ਫਿਰ ਵੀ ਉਹਨਾਂ ਯੋਧਿਆਂ ਦੇ ਸ਼ਾਬਾਸ਼ ਹੈ, ਉਹਨਾਂ ਨੇ ਵਕਤ ਦੀ ਸਭ ਤੋਂ ਵੱਡੀ ਤਾਕਤ ਨਾਲ ਹਾਰ ਨਹੀਂ ਮੰਨੀ, ਨਾ ਉਹਨਾਂ ਗੋਡੇ ਟੇਕੇ, ਜਦ ਤੱਕ ਉਹਨਾਂ ਦੀਆਂ ਰੂਹਾਂ ਵਿੱਚ ਦਮ ਰਿਹਾ ਉਹ ਇਸ ਫੌਜ ਦਾ ਟੱਕਰਾ ਕਰਦੇ ਰਹੇ। ਵੀਰ ਭੁਪਿੰਦਰ ਸਿੰਘ ਦੀ ਲਿਖੀ ਹੋਈ ਰਚਨਾ ਹੈ, ਕਿਵੇਂ ਯੋਧਿਆਂ ਨੇ ਫਿਰ ਟੈਂਕਾਂ ਨੂੰ ਵੀ ਢਾਉਣ ਦੀ ਕੋਸ਼ਿਸ਼ ਕੀਤੀ ਆਪਣੀ ਹਿੰਮਤ ਨਾਲ। ਬਾਡੀਆਂ ਨਾ ਬੰਬ ਬਣ ਕੇ ਡਿੱਗ ਟੈਂਕਾਂ ਉੱਤੇ ਛੱਡ ਕੇ ਜਕਾਰੇ, ਬਾਡੀਆਂ ਨਾ ਬੰਬ ਬਣ ਕੇ ਡਿੱਗ ਟੈਂਕਾਂ ਉੱਤੇ ਛੱਡ ਕੇ ਜਕਾਰੇ, ਬਾਡੀਆਂ ਨਾ ਬੰਬ ਬਣ ਕੇ ਭਾਗਾ ਦੇਨ ਚੜਿਆ 6 ਜੂਨ ਦਾ ਨਪਾਗਾ ਦਿਨ ਚੜਿਆ, ਝੁੰਡ ਟੈਂਕਾਂ ਦਾ ਪ੍ਰਕਰਮਾਂ ਚ ਵੜਿਆ, ਝੁੰਡ ਟੈਂਕਾਂ ਦਾ ਪ੍ਰਕਰਮਾਂ ਚ ਵੜਿਆ, ਉਹਦੇ ਟੈਂਕਾਂ ਚੋਂ ਵਰਾਉਂਦੇ ਦਾੜ ਦਾੜਿਆ, ਬੋਲੇ ਟੈਂਕਾਂ ਚੋਂ ਵਰਾਉਂਦੇ ਦਾੜ ਦਾੜਿਆ, ਉਹਦੀਆਂ ਤੋਂ ਗਏ ਨਾ ਸਹਾਰੇ, ਬਾਡੀਆਂ ਨਾ ਬੰਬ ਬਣ ਕੇ ਡਿੱਗ ਟੈਂਕਾਂ ਉੱਤੇ ਛੱਡ ਕੇ ਜਕਾਰੇ, ਬਾਡੀਆਂ ਨਾ ਬੰਬ ਬਣ ਕੇ ਆਰਮੀ ਦੇ ਟੈਂਕਾਂ ਵਿੱਚੋਂ ਵਰਦੀ, ਅੱਗੇ ਆਰਮੀ ਦੇ ਟੈਂਕਾਂ ਵਿੱਚੋਂ ਵਰਦੀ, ਇਹ ਸੀ ਤਬਾਈ ਗੁਰੂ ਘਰ ਦੀ, ਕਰ ਰਹੇ ਸੀ ਤਬਾਹੀ ਗੁਰੂ ਘਰ ਦੀ, ਸਿੱਖ ਕੌਮ ਨਾ ਜਿਉਂਦੇ ਜੀ ਜਰਦੀ, ਸਿੱਖ ਕੌਮ ਨਾ ਜਿਉਂਦੇ ਜੀ ਜਰਦੀ, ਧਾਮ ਗੁਰਾਂ ਦੇ ਧਾਮ ਗੁਰਾਂ ਦੇ ਧਾਮ ਗੁਰਾਂ ਦੇ ਨੇ ਜਾਨ ਤੋਂ ਪਿਆਰੇ, ਬਾਡੀਆਂ ਨਾ ਬੰਬ ਬਣ ਕੇ ਡਿੱਗੇ ਟੈਂਕਾਂ ਉੱਤੇ ਛੱਡ ਕੇ ਜਕਾਰੇ, ਬਾਡੀਆਂ ਨਾ ਬੰਬ ਬਣ ਕੇ ਤੇ ਦਿਲਾਂ ਤੇ ਗੋਲੇ ਵੱਜਦੇ, ਕਹਿਰ ਕਰ ਦੇ ਦਿਲਾਂ ਤੇ ਗੋਲੇ ਵੱਜਦੇ, ਤਖਤੀ ਅਕਾਲ ਵੱਲ ਛੱਡਦੇ, ਸਿੱਧੇ ਤਖਤ ਅਕਾਲ ਵੱਲ ਛੱਡਦੇ, ਹੋਇਆ ਕਮਸਾਨ ਘਰ ਰੱਬ ਦੇ, ਕਿਹੜੀ ਹੋਇਆ ਕਮਸਾਨ ਘਰ ਰੱਬ ਦੇ, ਦੁਖੀਆਂ ਦੇ ਦੁੱਖੜੇ ਨਵਾਰੇ, ਬਾਡੀਆਂ ਨਾ ਬੰਬ ਬਣ ਕੇ ਡਿੱਗੇ ਟੈਂਕਾਂ ਉੱਤੇ ਛੱਡ ਕੇ ਜਕਾਰੇ, ਬਾਡੀਆਂ ਨਾ ਬੰਬ ਬਣ ਕੇ ਝਟਪਟ ਸਮੇਂ ਨੂੰ ਵਿਚਾਰ ਕੇ, ਸਿੰਘਾ ਝਟਪਟ ਸਮੇਂ ਨੂੰ ਵਿਚਾਰ ਕੇ, ਰੱਖਣਾ ਧਰਮ ਜਾਨਵਾਰ ਕੇ, ਚਾ ਰੱਖਣਾ ਧਰਮ ਜਾਨਵਾਰ ਕੇ, ਵੈਰੀਆਂ ਦੇ ਰੱਖ ਤੇ ਖਲਾਰ ਕੇ, ਟੈਂਕ ਵੈਰੀਆਂ ਦੇ ਰੱਖ ਤੇ ਖਲਾਰ ਕੇ, ਹੈਗੇ ਸੀ ਜਿਹੜੇ ਹੈਗੇ ਸੀ ਟੰਨਾਂ ਦੇ ਵਿੱਚ ਪਾਰੇ, ਬਾਡੀਆਂ ਨਾ ਬੰਬ ਬਣ ਕੇ ਡਿੱਗੇ ਟੈਂਕਾਂ ਉੱਤੇ ਛੱਡ ਕੇ ਜਕਾਰੇ, ਬਾਡੀਆਂ ਨਾ ਬੰਬ ਬਣ ਕੇ ਹੋ ਗਈਆਂ ਦਲੇਰੀ ਦੀਆਂ ਪਾਰ ਜੀ, ਹੱਦਾਂ ਹੋ ਗਈਆਂ ਦਲੇਰੀ ਦੀਆਂ ਪਾਰ ਜੀ, ਜਦੋਂ ਟੈਂਕਾਂ ਵਾਲੀ ਮੋੜ ਦਿੱਤੀ ਵਾਰ ਜੀ, ਜਦੋਂ ਟੈਂਕਾਂ ਵਾਲੀ ਮੋੜ ਦਿੱਤੀ ਵਾਰ ਜੀ, ਜਾਂਦਾ ਦਰਗਾਹਪੁਰੀ ਵੀ ਬਲਹਾਰ ਜੀ, ਜਾਂਦਾ ਦਰਗਾਹਪੁਰੀ ਵੀ ਬੱਲਹਾਰ ਜੀ, ਸਿੱਖ ਕਾਲੋਂ ਗੱਲਾਂ ਸੱਚੀਆਂ ਉਚਾਰੇ, ਬਾਡੀਆਂ ਨਾ ਬੰਬ ਬਣ ਕੇ ਡਿੱਗੇ ਟੈਂਕਾਂ ਉੱਤੇ ਛੱਡ ਕੇ ਜਕਾਰੇ, ਬਾਡੀਆਂ ਨਾ ਬੰਬ ਬਣ ਕੇ ਡਿੱਗੇ ਟੈਂਕਾਂ ਉੱਤੇ ਛੱਡ ਕੇ ਜਕਾਰੇ, ਬਾਡੀਆਂ ਨਾ ਬੰਬ ਬਣ ਕੇ ਬੋਲੇ
ਦਰਬਾਰ ਸਾਹਿਬ ਦੇ ਅੰਦਰ ਲੜੀ ਗਈ ਔਰ 6 ਜੂਨ ਨੂੰ ਸਵੇਰੇ ਸੰਤ ਜੀ ਸ਼ਹੀਦ ਹੋ ਗਏ। ਜਰਨਲ ਸ਼ਬੇਕ ਸਿੰਘ ਜੀ ਉਹਨਾਂ ਤੋਂ ਪਹਿਲਾਂ ਸ਼ਹੀਦ ਹੋ ਗਏ। ਮੌਕੇ ਦੇ ਗਵਾਹ ਦੱਸਦੇ ਵੀ ਭਾਈ ਅਮਰੀਕ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਜੀ ਨੇ ਇਕੱਠਿਆਂ ਸ਼ਹਾਦਤ ਦਾ ਜਾਮ ਪੀਤਾ। ਇਸੇ ਦਿਨ ਸ਼ਾਮ ਨੂੰ 2 ਘੰਟੇ ਕਰਫਿਊ ਵਿੱਚ ਢਿੱਲ ਵੀ ਦਿੱਤੀ ਜਾਂਦੀ ਹੈ। ਉਸ ਢਿੱਲ ਦੌਰਾਨ ਹੀ ਕੁਝ ਫਿਰਕਾ ਪ੍ਰਸਤ ਹਿੰਦੂ ਭੰਗੜਾ ਪਾਉਂਦੇ ਵੇਖੇ ਗਏ, ਆਰਮੀ ਵਾਲਿਆਂ ਨੂੰ ਵਧਾਈਆਂ ਦਿੰਦੇ ਵੇਖੇ ਗਏ ਔਰ ਪੂਰੀਆਂ ਦਾ ਪ੍ਰਸ਼ਾਦ ਵੰਡਦੇ ਵੇਖੇ ਗਏ। ਉਹਨਾਂ ਵਿੱਚ ਭਾਜਪਾ ਦਾ ਲੀਡਰ ਦਾਇਆ ਸਿੰਘ ਸੋਢੀ ਵੀ ਸੀ। ਖੈਰ, ਇਹ ਇਸ ਕਹਾਣੀ ਦੇ ਨਾਲ ਇਹ ਕਹਾਣੀ ਨਹੀਂ ਮੁੱਕਦੀ। ਗੋਲੀ ਤਾਂ 8 ਜੂਨ ਤੱਕ ਚੱਲਦੀ ਰਹਿੰਦੀ ਹੈ, ਜਿਸ ਦਿਨ ਗਿਆਨੀ ਜੈਲ ਸਿੰਘ ਖੁਦ ਦਰਬਾਰ ਸਾਹਿਬ ਆਉਂਦਾ ਇੰਦਰਾ ਦਾ ਭੇਜਿਆ ਹੋਇਆ। ਪਰ ਅਸਲ ਵਿੱਚ 6 ਜੂਨ ਨੂੰ ਸਵੇਰੇ 9:30 ਵਜੇ ਦੇ ਕਰੀਬ ਸੰਤਾਂ ਜੀ ਦੀ ਸ਼ਹਾਦਤ ਚਿੱਟੇ ਦਿਨ ਵਾਂਗ ਪ੍ਰਤੱਖ ਹੋ ਗਈ ਸੀ। ਉਹ ਆਪਣਾ ਜਿਹੜਾ ਉਹਨਾਂ ਬਚਨ ਕਿਹਾ ਸੀ ਵੀ ਮੈਨੂੰ ਜਿਉਂਦਿਆਂ ਤਾਂ ਨਹੀਂ ਇਹ ਕੋਈ ਹੱਥ ਲਾ ਸਕਦਾ, ਤੇ ਜਦੋਂ ਮੇਰੇ ਸਰੀਰ ਚੋਂ ਪ੍ਰਾਣ ਨਿਕਲ ਗਏ, ਸਾਹਾਂ ਦੀ ਡੋਰੀ ਟੁੱਟ ਗਈ, ਕਹਿੰਦਾ ਫਿਰ ਮਰੇ ਨੂੰ ਭਾਵੇਂ ਜਿੱਥੇ ਮਰਜ਼ੀ ਲੈ ਜਾਣ, ਫਿਰ ਤੇ ਉਦੋਂ ਨੂੰ ਜੋ ਸ਼ਹਾਦਤ ਦਾ ਰੁਤਬਾ ਉਹ ਬਰਾਬਰ ਹੋ ਜਾਣਾ। ਇਸ ਤਰ੍ਹਾਂ ਉਹਨਾਂ ਯੋਧਿਆਂ ਨੇ ਦਰਬਾਰ ਸਾਹਿਬ ਦੀ ਅਜ਼ਮਤ ਤੋਂ ਆਪਣੀਆਂ ਜਾਨਾਂ ਵਾਰ ਕੇ ਇਸ ਸਾਕੇ ਦੌਰਾਨ ਵੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਖਵਾਲੀ ਕਰਕੇ ਆਪਣੀ ਕੁਰਬਾਨੀ ਭਰਿਆ ਇੱਕ ਇਤਿਹਾਸ ਸਿਰਜਿਆ, ਜਿਹਨੂੰ ਹਰ ਸਾਲ ਹੀ ਗਾਉਂਦੇ ਆ, ਹਰ ਸਾਲ ਹੀ ਪੜ੍ਹਨੇ ਆ, ਹਰ ਸਾਲ ਸੁਣਦੇ ਆ। ਫਿਰ ਵੀ ਕੁਝ ਨਾ ਕੁਝ ਉਹਦੇ ਵਿੱਚ ਨਵਾਂ ਐਡ ਹੁੰਦਾ ਜਾਂਦਾ ਹੈ, ਕਿਉਂਕਿ ਇਹ ਸਾਡੀ ਦਿਲਚਸਪੀ ਵਾਲਾ ਇਤਿਹਾਸ ਹੈ। ਅਜੇ ਤਾਜ਼ਾ ਇਹ ਕੰਮ ਹੋਇਆ, ਕੌਮ ਨੂੰ ਇਹਦਾ ਦਰਦ ਭੁੱਲਿਆ ਨਹੀਂ। ਜਿਵੇਂ ਮੈਂ ਇੱਕ ਕਵਿਤਾ ਵਿੱਚ ਲਿਖਿਆ ਸੀ, ਭਾਗੋ ਵਾਲੀਆ ਮਿਟ ਜਾਂਦੇ ਨੇ ਫੱਟ ਸਰੀਰਾਂ ਦੇ, ਜ਼ਖਮ ਰੂਹਾਂ ਦੇ ਜੁੱਗਾਂ ਤੀਕਰ ਰਿਸਦੇ ਰਹਿੰਦੇ ਨੇ। ਇਹ ਰੂਹਾਂ ਦਾ ਜ਼ਖਮ ਹੈ। ਹੁਣ ਅਗਲਾ ਪ੍ਰੋਗਰਾਮ ਗਿਆਨੀ ਸਰਬਜੀਤ ਸਿੰਘ ਜੀ ਆਪ ਜੀ ਨਾਲ ਸਾਂਝਾ ਕਰਨਗੇ। ਬੀਬੀ ਬਲਜੀਤ ਕੌਰ ਜੀ ਸੰਧੂ ਔਰ ਸਾਰਾ ਉਹਨਾਂ ਦਾ ਢਾਡੀ ਜੱਥਾ ਹਾਜ਼ਰ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ, ਕੋਈ ਸ਼ਬਦ ਵਾਧਾ ਘਾਟਾ ਕਿਹਾ ਗਿਆ ਹੋਵੇ ਸਮੁੱਚੀ ਸਿੱਖ ਸੰਗਤ ਤੋਂ ਖਿਮਾ। ਫਤਿਹ ਚੜ੍ਹਦੀ ਕਲਾ ਨਾਲ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।